जैन धर्म ਅਤੇ बुद्ध धर्म ਦੇ ਪਹਿਲੇ ਟੌਪਿਕ जैन धर्म ਬਾਰੇ ਵਿਸਥਾਰਪੂਰਵਕ ਪੜਾਂਗੇ। जैन धर्म ਆਰੀਆ ਲੋਕਾਂ ਨੇ ਵੈਦਿਕ ਸਾਹਿਤ ਦੀ ਰਚਨਾ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਦੇਸ਼ ਵਿੱਚ ਵੈਦਿਕ ਧਰਮ ਜਾਂ ਹਿੰਦੂ ਧਰਮ ਪ੍ਰਚਲਿਤ ਹੋ ਗਿਆ ਸੀ। ਹਿੰਦੂ ਧਰਮ ਦੇ ਵਿੱਚ ਸਮੇਂ ਦੇ ਨਾਲ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਸਨ, ਖਾਸ ਤੌਰ ਤੇ 6ਵੀਂ ਸਦੀ ਈਸਵੀ ਪੂਰਵ ਦੇ ਵਿੱਚ। ਭ੍ਰਿਸ਼ਟਾਚਾਰੀ ਬ੍ਰਾਹਮਣ, ਕਰਮਕਾਂਡ, ਰੀਤੀ ਰਿਵਾਜ, ਯੱਗ, ਬਲੀਆਂ, ਖਰਚੀਲੇ ਯੱਗ, ਇਹਨਾਂ ਸਭ ਦੇ ਕਾਰਨ ਇਹ ਧਰਮ ਆਪਣੀ ਪਹਿਲਾਂ ਵਾਲੀ ਲੋਕਪ੍ਰਿਯਤਾ ਗਵਾ ਚੁੱਕਾ ਸੀ। ਸੋ ਇਸ ਲਈ ਇਸ ਹਾਲਤ ਦੇ ਵਿੱਚ ਧਰਮ ਅਤੇ ਸਮਾਜ ਵਿੱਚ ਸੁਧਾਰ ਕਰਨ ਲਈ ਕਈ ਨਵੇਂ ਮਤਾਂ ਨੇ ਜਨਮ ਲਿਆ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਮਤ ਜਲਦੀ ਹੀ ਖਤਮ ਹੋ ਗਏ ਸਨ। ਜੈਨ ਧਰਮ ਅਤੇ ਬੁੱਧ ਧਰਮ ਨੇ ਇਸ ਵਿੱਚ ਖਾਸ ਪ੍ਰਸਿੱਧੀ ਹਾਸਲ ਕੀਤੀ ਸੀ। ਸੋ ਜੈਨ ਧਰਮ ਅਤੇ ਬੁੱਧ ਧਰਮ ਦੋਨਾਂ ਨੇ ਹੀ ਭਾਰਤ ਦੀ ਸੰਸਕ੍ਰਿਤੀ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ। ਇਸ ਦੇ ਨਾਲ ਸਾਨੂੰ ਸਭ ਤੋਂ ਪਹਿਲਾਂ ਇਹ ਜਾਣਨਾ ਪਵੇਗਾ ਕਿ ਜੈਨ ਧਰਮ ਅਤੇ ਬੁੱਧ ਧਰਮ ਦਾ ਪ੍ਰਚਾਰ ਕਿੰਨਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪਰਿਸਥਿਤੀਆਂ ਵਿੱਚ ਹੋਇਆ ਸੀ। ਸਭ ਤੋਂ ਪਹਿਲਾਂ ਆ ਜਾਂਦਾ ਹੈ ਰਾਜਨੀਤਿਕ ਪਰਿਸਥਿਤੀਆਂ। ਉਸ ਸਮੇਂ ਦੇ ਮਹੱਤਵਪੂਰਨ ਰਾਜਨੀਤਿਕ ਪਰਿਸਥਿਤੀਆਂ ਦੇ ਵਿੱਚ ਪਹਿਲਾ ਪੁਆਇੰਟ ਆ ਉਸ ਸਮੇਂ ਦੇ ਮਹੱਤਵਪੂਰਨ ਰਾਜ। 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਭਾਰਤ ਵਿੱਚ 16 ਮਹਾਂਜਨਪਦ ਸਨ। ਇਹਨਾਂ ਵਿੱਚੋਂ ਕੁਝ ਰਾਜਤੰਤਰੀ ਸਨ ਅਤੇ ਕੁਝ ਗਣਤੰਤਰੀ ਸਨ। ਰਾਜਤੰਤਰੀ ਰਾਜਾਂ ਵਿੱਚੋਂ ਜੋ ਪ੍ਰਮੁੱਖ ਸਨ ਉਹ ਸਨ ਮਗਧ, ਕਾਸ਼ੀ, ਕੌਸ਼ਲ, ਅੰਗ, ਕੁਰੂ, ਅਵੰਤੀ ਅਤੇ ਗੰਧਾਰ ਦੇ ਰਾਜ। ਤੇ ਗਣਤੰਤਰੀ ਰਾਜਾਂ ਵਿੱਚੋਂ ਬੱਚੋ ਦੋ ਹੀ ਗਣਤੰਤਰੀ ਰਾਜ ਸਨ, ਵੱਜੀ ਅਤੇ ਮੱਲ। ਇਹ ਸਾਰੇ ਹੀ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਵੱਡੇ ਤੇ ਸ਼ਕਤੀਸ਼ਾਲੀ ਰਾਜੇ ਛੋਟੇ ਰਾਜਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਸੋ ਇਹਨਾਂ ਦੇ ਆਪਸੀ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਗਧ ਨੂੰ ਮਿਲੀ ਸੀ। ਉਸ ਨੇ ਕਈ ਰਾਜਤੰਤਰੀ ਅਤੇ ਗਣਤੰਤਰੀ ਰਾਜਾਂ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਸੋ ਇਸ ਤਰ੍ਹਾਂ ਮਗਧ ਦੀ ਇਹ ਗੌਰਵਮਈ ਸਥਿਤੀ ਕਈ ਸਦੀਆਂ ਤੱਕ ਕਾਇਮ ਰਹੀ ਸੀ। ਦੂਸਰਾ ਪੁਆਇੰਟ ਆ ਮਗਧ ਰਾਜ ਦੀ ਸ਼ਕਤੀ ਦਾ ਉਥਾਨ। ਸੋ ਮਗਧ ਰਾਜ ਦੱਖਣੀ ਬਿਹਾਰ ਦੇ ਵਿੱਚ ਸਥਿਤ ਸੀ ਔਰ ਬੋਧੀ ਗ੍ਰੰਥਾਂ ਦੇ ਵਿੱਚ 16 ਰਾਜਾਂ ਵਿੱਚੋਂ ਇਹ ਇੱਕ ਰਾਜ ਸੀ। ਇਸ ਦੀ ਰਾਜਧਾਨੀ ਰਾਜਗ੍ਰਹਿ ਸੀ। ਸ਼ੁਰੂ ਵਿੱਚ ਇਸ ਰਾਜ ਦਾ ਕੋਈ ਖਾਸ ਮਹੱਤਵ ਨਹੀਂ ਸੀ, ਫਿਰ ਵੀ ਹੌਲੀ ਹੌਲੀ ਇਹ ਬਿੰਬੀਸਾਰ ਅਤੇ ਅਜਾਤਸ਼ਤਰੂ ਇਹਨਾਂ ਦੇ ਸਮੇਂ ਦੇ ਵਿੱਚ ਉੱਤਰੀ ਭਾਰਤ ਦਾ ਇੱਕ ਮਹਾਨ ਰਾਜ ਬਣ ਗਿਆ ਸੀ। ਮਗਧ ਦਾ ਪਹਿਲਾ ਰਾਜਾ ਸੀ ਬਿੰਬੀਸਾਰ, ਪਹਿਲਾ ਮਹਾਨ ਰਾਜਾ। 543 ਈਸਵੀ ਪੂਰਵ ਤੋਂ 493 ਈਸਵੀ ਪੂਰਵ ਤੱਕ ਇਸ ਨੇ ਰਾਜ ਕੀਤਾ ਸੀ। ਇਹ ਇੱਕ ਵੀਰ ਸੈਨਾਨਾਇਕ, ਚਤਰ ਰਾਜਨੀਤੀਵਾਨ ਸੀ, ਜਿਸ ਨੇ ਕਿ ਵਿਆਹ ਸੰਬੰਧਾਂ ਰਾਹੀਂ ਔਰ ਜਿੱਤਾਂ ਦੇ ਰਾਹੀਂ ਆਪਣੇ ਰਾਜ ਦਾ ਵਿਸਥਾਰ ਕੀਤਾ। ਧਾਰਮਿਕ ਵਿਚਾਰਾਂ ਵਿੱਚ ਇਹ ਬੜਾ ਉਦਾਰ ਸੀ। ਇਸੇ ਕਰਕੇ ਇਸ ਨੇ ਜੈਨ ਧਰਮ ਅਤੇ ਬੁੱਧ ਧਰਮ ਦੋਹਾਂ ਨੂੰ ਹੀ ਸਰਪ੍ਰਸਤੀ ਦਿੱਤੀ ਸੀ। ਦੂਸਰਾ ਮਹਾਨ ਰਾਜਾ ਸੀ ਅਜਾਤਸ਼ਤਰੂ। ਕਰਨੀ ਸੀ? ਅੱਛਾ, ਮੈਂ ਕਰਨੀ। ਦੂਸਰਾ ਮਹਾਨ ਰਾਜਾ ਸੀ ਅਜਾਤਸ਼ਤਰੂ। ਅਜਾਤਸ਼ਤਰੂ ਨੇ ਆਪਣੇ ਪਿਤਾ ਦੀ ਮ੍ਰਿਤੂ ਕਰਕੇ ਆਪ ਮਗਧ ਦਾ ਰਾਜਾ ਬਣ ਬੈਠਾ ਸੀ ਔਰ ਉਸ ਤੋਂ ਬਾਅਦ ਉਸਨੇ 461 ਈਸਵੀ ਪੂਰਵ ਤੱਕ ਰਾਜ ਕੀਤਾ ਸੀ। ਉਸ ਦੇ ਟਾਈਮ ਵਿੱਚ ਵੀ ਮਗਧ ਦੀ ਸ਼ਕਤੀ ਦਾ ਕਾਫੀ ਵਿਸਥਾਰ ਹੋਇਆ ਸੀ। ਕਈ ਪ੍ਰਦੇਸ਼ਾਂ ਨੂੰ ਜਿੱਤ ਕੇ ਉਸ ਨੇ ਆਪਣੇ ਰਾਜ ਵਿੱਚ ਵਾਧਾ ਕਰ ਲਿਆ ਸੀ। ਇਸ ਤਰ੍ਹਾਂ ਹੌਲੀ ਹੌਲੀ ਮਗਧ ਰਾਜ ਉੱਤਰੀ ਭਾਰਤ ਦਾ ਸਭ ਤੋਂ ਮਹਾਨ ਰਾਜ ਬਣ ਗਿਆ ਸੀ। ਆਪਣੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਲਈ ਅਜਾਤਸ਼ਤਰੂ ਨੇ ਰਾਜਧਾਨੀ ਰਾਜਗ੍ਰਹਿ ਦੇ ਵਿੱਚ ਪਾਟਲੀਗ੍ਰਾਮ ਨਾਮੀ ਇੱਕ ਕਿਲੇ ਦੀ ਉਸਾਰੀ ਕਰਵਾਈ ਸੀ। ਉਸ ਨੇ ਗੰਗਾ ਨਦੀ ਦੇ ਲਾਗੇ ਇਹ ਕਿਲਾ ਬਣਾਇਆ ਸੀਗਾ ਔਰ ਬਾਅਦ ਵਿੱਚ ਇਹ ਪਾਟਲੀਪੁੱਤਰ ਦੇ ਨਾਮ ਨਾਲ ਮੌਰੀਆ ਸਾਮਰਾਜ ਦੀ ਰਾਜਧਾਨੀ ਬਣ ਗਿਆ ਸੀ।
तीसरा पॉइंट आ मगध राज ਦੀ ਸ਼ਕਤੀ ਤੇ ਖੁਸ਼ਹਾਲੀ ਦੇ ਕਾਰਨ। ਸੋ ਮਗਧ ਰਾਜ ਬੱਚੋ ਇਸ ਦੇ ਲਈ ਆਪਾਂ ਕਰ ਚੁੱਕੇ ਹਾਂ ਕਿ ਅਜਾਤ ਸ਼ਤਰੂ ਅਤੇ ਬਿੰਬੀਸਾਰ ਦੋਨੋਂ ਰਾਜਾਂ ਦੇ ਜੋ ਨਿੱਜੀ ਗੁਣ ਸੀ ਉਹ ਇਹਨਾਂ ਦੀ ਸ਼ਕਤੀ ਅਤੇ ਖੁਸ਼ਹਾਲੀ ਦੇ ਕਾਰਨ ਸੀ। ਇਸ ਤੋਂ ਬਿਨਾਂ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਸੀ ਇਹਨਾਂ ਦੀ ਸ਼ਕਤੀ ਤੇ ਖੁਸ਼ਹਾਲੀ ਦੇ ਲਈ, ਜਿਵੇਂ ਕਿ ਉਪਜਾਊ ਭੂਮੀ। ਮਗਧ ਰਾਜ ਦੀ ਭੂਮੀ ਬੜੀ ਉਪਜਾਊ ਸੀ, ਜਿਸ ਦੇ ਕਾਰਨ ਇੱਥੇ ਖੇਤੀ ਦਾ ਧੰਦਾ ਬੜਾ ਵਿਕਸਿਤ ਸੀ ਔਰ ਉਹਨਾਂ ਨੂੰ ਕਾਫੀ ਜ਼ਿਆਦਾ ਆਮਦਨ ਹੋ ਜਾਂਦੀ ਸੀ। ਦੂਜਾ ਸੀ ਮਗਧ ਰਾਜ ਦੀ ਭੂਗੋਲਿਕ ਸਥਿਤੀ। ਇਸ ਦਾ ਗੰਗਾ ਨਦੀ ਦੇ ਉੱਤਰ ਅਤੇ ਦੱਖਣ ਦੋਨੋਂ ਪਾਸਾਂ ਤੇ ਰਾਜ ਸੀ, ਜਿਸ ਦੇ ਕਾਰਨ ਗੰਗਾ ਨਦੀ ਰਾਹੀਂ ਇਹਨਾਂ ਦਾ ਵਪਾਰ ਬਹੁਤ ਵਿਕਸਿਤ ਹੋਇਆ। ਅੰਦਰੂਨੀ ਅਤੇ ਵਿਦੇਸ਼ੀ ਵਪਾਰ ਦੋਨੋਂ ਹੀ ਵਿਕਸਿਤ ਹੋ ਗਏ ਸਨ। ਤੀਸਰਾ ਉਸ ਦੀ ਖਣਿਜ ਪਦਾਰਥ, ਕੱਚੇ ਲੋਹੇ ਦੇ ਭੰਡਾਰ, ਇਹਨਾਂ ਦੇ ਕਾਰਨ ਵੀ ਇਸ ਦੇ ਉਦਯੋਗਿਕ ਵਿਕਾਸ ਹੋਇਆ ਸੀਗਾ। ਤੀਸਰਾ ਮਗਧ ਰਾਜ ਦੇ ਲਾਗੇ ਬਹੁਤ ਘਣੇ ਜੰਗਲ ਸਨ, ਜਿੱਥੋਂ ਇਮਾਰਤਾਂ ਲਈ ਲੱਕੜੀ ਪ੍ਰਾਪਤ ਹੁੰਦੀ ਸੀ। ਸੋ ਲੱਕੜੀ ਪ੍ਰਾਪਤ ਹੋਣ ਦੇ ਨਾਲ ਨਾਲ ਜੰਗਲਾਂ ਦੇ ਵਿੱਚੋਂ ਹਾਥੀ ਵੀ ਮਿਲਦੇ ਸਨ ਜੋ ਸੈਨਾ ਦੇ ਲਈ ਕੰਮ ਆਉਂਦੇ ਸਨ। ਸੋ ਇਹਨਾਂ ਸਾਰੇ ਕਾਰਨਾਂ ਕਰਕੇ ਮਗਧ ਰਾਜ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਬਣ ਗਿਆ ਸੀ। ਅਗਲਾ ਪੁਆਇੰਟ ਆ ਬੱਚੋ ਰਾਜਨੀਤਿਕ ਅਵਸਥਾ ਨਵੇਂ ਧਰਮਾਂ ਦੇ ਜਨਮ ਲਈ ਅਨੁਕੂਲ। 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਜੋ ਰਾਜਨੀਤਿਕ ਅਵਸਥਾ ਸੀ ਉੱਤਰੀ ਭਾਰਤ ਦੀ, ਉਹ ਨਵੇਂ ਧਰਮ ਜੈਨ ਧਰਮ ਅਤੇ ਬੁੱਧ ਧਰਮ ਦੋਨਾਂ ਦੇ ਲਈ ਅਨੁਕੂਲ ਸੀ। ਧਾਰਮਿਕ ਅੰਦੋਲਨ ਜੈਨ ਧਰਮ ਅਤੇ ਬੁੱਧ ਧਰਮ ਜ਼ਿਆਦਾਤਰ ਕਿੱਥੇ ਵਿਸਥਾਰ ਹੋਇਆ ਇਹਨਾਂ ਦਾ? ਮਗਧ ਦੇ ਵਿੱਚ। ਇਸ ਦਾ ਕਾਰਨ ਸੀ ਕਿ ਮਗਧ ਦੇ ਰਾਜੇ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਸਨ। ਇਸ ਦੇ ਨਾਲ ਲੱਗਦੇ ਦਿੱਲੀ ਦੇ ਆਲੇ ਦੁਆਲੇ ਦੇ ਜੋ ਰਾਜ ਸੀ ਉਹਨਾਂ ਦੇ ਉੱਤੇ ਬ੍ਰਾਹਮਣਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਸੋ ਇਸ ਦੇ ਨਾਲ ਹੀ ਇੱਥੋਂ ਦੇ ਜੋ ਰਾਜੇ ਸੀਗੇ ਅਜਾਤ ਸ਼ਤਰੂ ਤੇ ਬਿੰਬੀਸਾਰ, ਇਹ ਦੋਨੋਂ ਉਦਾਰ ਵਿਚਾਰਾਂ ਵਾਲੇ ਸੀ। ਇਹਨਾਂ ਨੇ ਬੁੱਧ ਧਰਮ ਤੇ ਜੈਨ ਧਰਮ ਦੇ ਜੋ ਨਵੇਂ ਵਿਚਾਰ ਸਨ ਉਹਨਾਂ ਦਾ ਸਵਾਗਤ ਕੀਤਾ। ਸਵਾਗਤ ਕਰਨ ਦੇ ਨਾਲ ਨਾਲ ਇਹਨਾਂ ਦੋਹਾਂ ਨੇ ਇਹਨਾਂ ਧਰਮਾਂ ਨੂੰ ਅਪਣਾਇਆ ਵੀ ਸੀ ਔਰ ਆਪਣੇ ਰਾਜ ਦੇ ਵਿੱਚ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਵੀ ਦਿੱਤੀ ਸੀ। ਬੋਧੀ ਗ੍ਰੰਥ ਤੇ ਜੈਨੀ ਗ੍ਰੰਥ ਦੋਵੇਂ ਹੀ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਬਿੰਬੀਸਾਰ ਅਤੇ ਅਜਾਤ ਸ਼ਤਰੂ ਨੇ ਇਹਨਾਂ ਧਰਮਾਂ ਨੂੰ ਅਪਣਾਇਆ ਸੀ। ਅਗਲਾ ਪੁਆਇੰਟ ਆ ਬੱਚੋ ਸਮਾਜਿਕ ਅਤੇ ਧਾਰਮਿਕ ਪਰਿਸਥਿਤੀਆਂ। ਉਸ ਸਮੇਂ ਦੀਆਂ ਸਮਾਜਿਕ ਅਤੇ ਧਾਰਮਿਕ ਪਰਿਸਥਿਤੀਆਂ ਕਿਹੋ ਜਿਹੀਆਂ ਸਨ ਜਿਹੜੀਆਂ ਕਿ ਨਵੇਂ ਧਰਮ ਦੇ ਆਗਮਨ ਲਈ ਠੀਕ ਸਾਬਤ ਹੋਈਆਂ? ਪਹਿਲਾ ਹੈ ਬ੍ਰਾਹਮਣ ਪ੍ਰਧਾਨ ਸਮਾਜ ਅਤੇ ਉਸ ਵਿੱਚ ਬੁਰਾਈਆਂ। ਸੋ ਅਸੀਂ ਕਰ ਚੁੱਕੇ ਹਾਂ ਕਿ ਵੈਦਿਕ ਧਰਮ ਦਾ ਜਦੋਂ ਪ੍ਰਸਾਰ ਹੋਇਆ, ਇਸ ਦੇ ਨਾਲ ਨਾਲ ਜਾਤੀ ਪ੍ਰਥਾ ਵੀ ਪਰਪੱਕ ਹੋ ਗਈ ਸੀ। ਸੋ ਜਾਤੀ ਪ੍ਰਥਾ ਪਰਪੱਕ ਹੋਣ ਦੇ ਨਾਲ ਬ੍ਰਾਹਮਣਾਂ ਦੀ ਸਮਾਜ ਵਿੱਚ ਪ੍ਰਧਾਨਤਾ ਦਿਨ ਬ ਦਿਨ ਵੱਧਦੀ ਜਾ ਰਹੀ ਸੀ, ਜਿਹਦੇ ਕਾਰਨ ਇਹ ਉੱਚੀਆਂ ਜਾਤੀਆਂ ਵਾਲੇ ਲੋਕ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਘਿਰਣਾ ਦੀ ਦ੍ਰਿਸ਼ਟੀ ਨਾਲ ਦੇਖਦੇ ਸਨ। ਧਰਮ ਉੱਤੇ ਬ੍ਰਾਹਮਣਾਂ ਦਾ ਹੀ ਬੋਲਬਾਲਾ ਸੀ। ਸੋ ਇਸ ਦੇ ਨਾਲ ਹੇਠ ਲਿਖੀਆਂ ਬੁਰਾਈਆਂ ਸਮਾਜ ਵਿੱਚ ਪ੍ਰਚਲਿਤ ਹੋ ਗਈਆਂ ਸਨ, ਜਿਵੇਂ ਕਿ ਪਹਿਲਾ ਪੁਆਇੰਟ ਆ ਖਰਚੀਲੇ ਯੱਗ ਅਤੇ ਰੀਤੀ ਰਿਵਾਜ। ਸੋ ਬ੍ਰਾਹਮਣਾਂ ਨੇ ਸਮਾਜ ਦੇ ਵਿੱਚ ਧਰਮ ਦੇ ਲਈ ਖਰਚੀਲੇ ਯੱਗ ਇੰਟਰੋਡਿਊਸ ਕਰ ਦਿੱਤੇ ਸਨ। ਇਹਨਾਂ ਯੱਗਾਂ ਦੇ ਵਿੱਚ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ ਸੀ, ਜਿਹੜਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ। ਲੋਕ ਅਜਿਹੇ ਖਰਚੀਲੇ ਧਰਮ ਤੋਂ ਤੰਗ ਆ ਚੁੱਕੇ ਸਨ। ਇਹੀ ਨਹੀਂ, ਹਰੇਕ ਯੱਗ ਦੇ ਵਿੱਚ 17 ਜਾਂ 18 ਬ੍ਰਾਹਮਣਾਂ ਦਾ ਸ਼ਾਮਲ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ। ਉਹਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਯੱਗ ਪੂਰਨ ਨਹੀਂ ਸਮਝੇ ਜਾਂਦੇ ਸਨ। ਇਸ ਤੋਂ ਬਿਨਾਂ ਹੋਰ ਵੀ ਕਈ ਰੀਤੀ ਰਿਵਾਜ ਸਨ ਜਿਨ੍ਹਾਂ ਵਿੱਚ ਬ੍ਰਾਹਮਣਾਂ ਦੀ ਹਾਜ਼ਰੀ ਜ਼ਰੂਰੀ ਹੁੰਦੀ ਸੀ ਔਰ ਅੰਤ ਵਿੱਚ ਉਹਨਾਂ ਨੂੰ ਦਛਨਾ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਵੀ ਦੇਣਾ ਪੈਂਦਾ ਸੀ। ਦੂਜਾ ਪੁਆਇੰਟ ਆ ਅਣਗਿਣਤ ਦੇਵੀ ਦੇਵਤਿਆਂ, ਰਾਖਸ਼ਾਂ ਆਦਿ ਦੀ ਪੂਜਾ। 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਅਣਗਿਣਤ ਦੇਵੀ ਦੇਵਤਿਆਂ, ਰਾਖਸ਼ਾਂ, ਯਕਸ਼ਾਂ, ਯਕਸ਼ੀਆਂ ਆਦਿ ਦੀ ਪੂਜਾ ਕੀਤੀ ਜਾਂਦੀ ਸੀ। ਇਹੀ ਨਹੀਂ,
ਇਸ ਤੋਂ ਵੱਧ ਕੇ ਲੋਕ ਕਈ ਪ੍ਰਕਾਰ ਦੇ ਬ੍ਰਿਕਸ਼ਾਂ, ਖੂਹਾਂ, ਤਲਾਬਾਂ ਇਹਨਾਂ ਦੀ ਪੂਜਾ ਕਰਨ ਲੱਗ ਪਏ ਸਨ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧਰਮ ਇੱਕ ਟਕਵੰਜ ਬਣ ਗਿਆ ਸੀ। ਅਗਲਾ ਪੁਆਇੰਟ ਆ ਬੱਚਿਓ, ਪੁਰੋਹਿਤਾਂ ਵਿੱਚ ਭ੍ਰਿਸ਼ਟਾਚਾਰ। ਪੁਰੋਹਿਤ ਜੋ ਕਿ ਉਸ ਸਮੇਂ ਦੇ ਧਾਰਮਿਕ ਆਗੂ ਸਨ, ਉਹ ਖੁਦ ਲਾਲਚੀ ਅਤੇ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ। ਉਹ ਜਨਤਾ ਨੂੰ ਫਾਲਤੂ ਦੇ ਵਹਿਮਾਂ ਭਰਮਾਂ ਤੇ ਰੀਤੀ ਰਿਵਾਜਾਂ ਵਿੱਚ ਉਲਝਾਈ ਰੱਖਦੇ ਸਨ। ਉਹਨਾਂ ਨੂੰ ਅਸਲ ਵਿੱਚ ਧਰਮ ਦਾ ਅਸਲੀ ਗਿਆਨ ਪ੍ਰਾਪਤ ਨਹੀਂ ਸੀ। ਧਰਮ ਦੇ ਅਸਲੀ ਸਿਧਾਂਤਾਂ ਨੂੰ ਉਹ ਲੋਕਾਂ ਵਿੱਚ ਪ੍ਰਚਾਰ ਕਰਨ ਦੀ ਬਜਾਏ ਉਹ ਫਾਲਤੂ ਦੇ ਕਰਮਕਾਂਡਾਂ ਅਤੇ ਰੀਤੀ ਰਿਵਾਜਾਂ ਉੱਤੇ ਹੀ ਜ਼ੋਰ ਦਿੰਦੇ ਸਨ। ਸੋ ਆਮ ਜਨਤਾ ਅਜਿਹੇ ਧਰਮ ਤੋਂ ਤੰਗ ਆ ਚੁੱਕੀ ਸੀ। ਅਗਲਾ ਪੁਆਇੰਟ ਆ ਬੱਚੋ, ਜਾਤੀ ਪ੍ਰਥਾ ਅਤੇ ਛੂਤ-ਛਾਤ। ਸੋ ਉਸ ਸਮੇਂ ਸਮਾਜ ਕਈ ਜਾਤਾਂ ਦੇ ਵਿੱਚ ਵੰਡਿਆ ਗਿਆ ਸੀਗਾ। ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਸੋ ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚੀ ਜਾਤੀ ਦੇ ਲੋਕਾਂ ਵੱਲੋਂ ਬੜੀ ਘਿਰਣਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਔਰ ਇਹੀ ਨਹੀਂ, ਇੱਕ ਇਹ ਵੀ ਮਤ ਪ੍ਰਚਲਿਤ ਹੋ ਗਿਆ ਸੀ ਸਮਾਜ ਦੇ ਵਿੱਚ ਕਿ ਨੀਵੀਂ ਜਾਤੀ ਦੇ ਲੋਕ ਚਾਹੇ ਜਿੰਨੇ ਮਰਜ਼ੀ ਅੱਛੇ ਕਰਮ ਕਰ ਲੈਣ, ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਉਹ ਨੀਵੀਂ ਜਾਤੀ ਨਾਲ ਸੰਬੰਧਿਤ ਹਨ। ਸੋ ਇਹ ਗੱਲ ਨੀਵੀਂ ਜਾਤੀ ਦੇ ਲੋਕਾਂ ਨਾਲ ਸਰਾਸਰ ਅਨਿਆਂ ਸੀ। ਸੋ ਬਹੁਤ ਪੜ੍ਹੇ ਲਿਖੇ ਵਿਅਕਤੀਆਂ ਨੇ ਬੜੇ ਉਤਸ਼ਾਹ ਦੇ ਨਾਲ ਬ੍ਰਾਹਮਣਾਂ ਦੇ ਧਰਮ ਦੇ ਵਿਰੁੱਧ ਪ੍ਰਚਾਰ ਕੀਤਾ ਔਰ ਨਵੇਂ ਧਰਮਾਂ ਦਾ ਸਵਾਗਤ ਕੀਤਾ। ਪੰਜਵਾਂ ਹੈ ਔਖੀ ਭਾਸ਼ਾ। ਹਿੰਦੂ ਧਰਮ ਦੇ ਪ੍ਰਸਿੱਧ ਗ੍ਰੰਥ ਸਾਰੇ ਹੀ, ਜਿਵੇਂ ਵੇਦ, ਉਪਨਿਸ਼ਦ, ਬ੍ਰਾਹਮਣ ਗ੍ਰੰਥ, ਰਾਮਾਇਣ, ਮਹਾਭਾਰਤ, ਇਹ ਸਭ ਪ੍ਰਾਚੀਨ ਕਾਲ ਦੀ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਸੀਗੇ। ਇਸ ਭਾਸ਼ਾ ਨੂੰ ਆਮ ਲੋਕ ਸਮਝ ਨਹੀਂ ਸਕਦੇ ਸੀਗੇ। ਇਸ ਲਈ ਲੋਕਾਂ ਨੂੰ ਆਪਣੇ ਧਰਮ ਦਾ ਅਸਲੀ ਗਿਆਨ ਪ੍ਰਾਪਤ ਹੀ ਨਹੀਂ ਸੀ ਹੋ ਸਕਦਾ। ਸੋ ਸਮਾਜ ਸੁਧਾਰਕਾਂ ਨੇ ਬ੍ਰਾਹਮਣਾਂ ਦੀ ਪ੍ਰਧਾਨਤਾ ਅਤੇ ਸਮਾਜ ਨੂੰ ਤੇ ਧਰਮ ਵਿੱਚ ਪ੍ਰਚਲਿਤ ਬੁਰਾਈਆਂ ਦੇ ਵਿਰੁੱਧ ਆਵਾਜ਼ ਉਠਾਈ। ਸਿੱਟੇ ਵਜੋਂ ਨਵੇਂ ਮਤਾਂ ਨੇ ਜਨਮ ਲਿਆ। ਅਗਲਾ ਪੁਆਇੰਟ ਆ ਬੱਚੋ, ਵਪਾਰ ਅਤੇ ਧੰਦਿਆਂ ਦਾ ਵਿਕਾਸ। 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਅਤੇ ਉਦਯੋਗ ਤੇ ਵਪਾਰ ਦੇ ਵਿਕਾਸ ਦੇ ਨਾਲ ਆਰਥਿਕ ਉੱਨਤੀ ਹੋਈ, ਜਿਸ ਨੇ ਸਮਾਜ ਵਿੱਚ ਨਵੀਆਂ ਸ਼ਕਤੀਆਂ ਨੂੰ ਜਨਮ ਦਿੱਤਾ। ਇਸ ਸਮੇਂ ਅੰਦਰੂਨੀ ਤੇ ਵਿਦੇਸ਼ੀ ਵਪਾਰ ਦੇ ਵਿੱਚ ਵਾਧਾ ਹੋਇਆ। ਧਨੀ ਵਪਾਰੀਆਂ ਦੀ ਇੱਕ ਸ਼੍ਰੇਣੀ ਹੋਂਦ ਵਿੱਚ ਆ ਗਈ। ਸੋ ਇਹ ਵਪਾਰੀ ਇੰਨੇ ਜ਼ਿਆਦਾ ਧਨੀ ਸਨ ਕਿ ਇਹਨਾਂ ਦੀ ਆਮਦਨ ਕਈ ਵਾਰ ਤਾਂ ਰਾਜਾ ਨਾਲੋਂ ਵੀ ਜ਼ਿਆਦਾ ਹੁੰਦੀ ਸੀ, ਪਰੰਤੂ ਸਮਾਜ ਵਿੱਚ ਉਹਨਾਂ ਨੂੰ ਵੈਸ਼ਾਂ ਨਾਲੋਂ ਉੱਚਾ ਸਥਾਨ ਪ੍ਰਾਪਤ ਨਹੀਂ ਸੀ, ਕਿਉਂਕਿ ਜਾਤੀ ਪ੍ਰਥਾ ਦੇ ਕਾਰਨ। ਸੋ ਇਸ ਕਰਕੇ ਉਹ ਵੀ ਜਾਤੀ ਪ੍ਰਥਾ ਅਤੇ ਬ੍ਰਾਹਮਣਾਂ ਦੀ ਪ੍ਰਧਾਨਤਾ ਦੇ ਵਿਰੁੱਧ ਹੋ ਗਏ। ਇਸ ਦੇ ਨਾਲ ਹੀ ਉਸ ਸਮੇਂ ਵੱਖ-ਵੱਖ ਉਦਯੋਗ ਧੰਦਿਆਂ ਦਾ ਵੀ ਬੜਾ ਵਿਕਾਸ ਹੋਇਆ ਸੀ। ਕਾਰੀਗਰਾਂ ਤੇ ਸ਼ਿਲਪਕਾਰਾਂ ਨੇ ਬੜੇ ਵੱਡੇ ਪੈਮਾਨੇ 'ਤੇ ਚੀਜ਼ਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹਨਾਂ ਨੇ ਆਪਣੇ ਸੰਘ ਬਣਾ ਲਏ ਸੀਗੇ। ਸੋ ਨਵੇਂ ਧੰਦੇ ਅਪਣਾਉਣ ਵਾਲਿਆਂ ਨੂੰ ਨਵੀਂ ਵਰਨ ਅਵਸਥਾ ਵਿੱਚ ਹੋਰ ਨਵੀਆਂ ਜਾਤੀਆਂ ਮਿਲ ਗਈਆਂ ਸਨ, ਪਰੰਤੂ ਇਹਨਾਂ ਸਾਰਿਆਂ ਨੂੰ ਬ੍ਰਾਹਮਣਾਂ ਅਤੇ ਕਸ਼ਤਰੀਆਂ ਨਾਲੋਂ ਸਮਾਜ ਵਿੱਚ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਸੋ ਇਸ ਤਰ੍ਹਾਂ ਇਹ ਲੋਕ ਸਮਾਜ ਵਿੱਚ ਆਪਣਾ ਸਨਮਾਨ ਚਾਹੁੰਦੇ ਸਨ, ਜੋ ਸਨਮਾਨ ਉਹਨਾਂ ਨੂੰ ਨਵੇਂ ਧਰਮਾਂ ਨੇ ਦਿੱਤਾ ਔਰ ਉਹਨਾਂ ਨੇ ਨਵੇਂ ਧਰਮਾਂ ਦਾ ਵੈਲਕਮ ਕੀਤਾ। ਅਗਲਾ ਪੁਆਇੰਟ ਆ ਬੱਚੋ, ਪ੍ਰਾਕ੍ਰਿਤ ਭਾਸ਼ਾ ਦੀ ਲੋਕਪ੍ਰਿਯਤਾ। 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਸੰਸਕ੍ਰਿਤ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਨਹੀਂ ਸੀ। ਸੋ ਇਹ ਸਿਰਫ ਬ੍ਰਾਹਮਣ ਲੋਕਾਂ ਦੀ ਭਾਸ਼ਾ ਸੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਭਾਸ਼ਾ ਸੀ। ਸੋ ਸੰਸਕ੍ਰਿਤ ਤੋਂ ਹੀ ਪੈਦਾ ਹੋਈ ਪ੍ਰਾਕ੍ਰਿਤ ਭਾਸ਼ਾ, ਜਿਸ ਨੇ ਵੱਖ-ਵੱਖ ਪ੍ਰਦੇਸ਼ਾਂ ਦੇ ਵਿੱਚ ਵੱਖ-ਵੱਖ ਰੂਪ ਸਨ, ਇਹ ਭਾਸ਼ਾ ਲੋਕਪ੍ਰਿਯ ਭਾਸ਼ਾ ਬਣ ਗਈ ਸੀ। ਨਗਰਾਂ ਤੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਇਹ ਬੋਲੀ ਜਾਂਦੀ ਸੀ। ਵੈਦਿਕ ਕਾਲ ਦੇ ਸਾਰੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਸਨ। ਸੋ ਇਹਨਾਂ ਨੂੰ ਇਹ ਲੋਕ ਸਮਝ ਨਹੀਂ ਸਕਦੇ ਸਨ। ਇਸ ਲਈ ਇਹ ਲੋੜ ਮਹਿਸੂਸ ਕੀਤੀ ਗਈ ਕਿ ਧਰਮ ਦੇ ਮੌਲਿਕ ਸਿਧਾਂਤ ਲੋਕਾਂ ਦੇ ਸਾਹਮਣੇ
ਉਹਨਾਂ ਦੀ ਲੋਕਪ੍ਰਿਯ ਭਾਸ਼ਾ ਪ੍ਰਕਿਰਤ ਭਾਸ਼ਾ ਵਿੱਚ ਹੀ ਰੱਖੇ ਜਾਣ। ਲਾਸਟ ਪੁਆਇੰਟ ਆ ਬੱਚੋ, ਨਵੇਂ ਵਿਚਾਰ ਅਤੇ ਵਿਚਾਰਕ। ਬ੍ਰਾਹਮਣਾਂ ਦੀ ਪ੍ਰਧਾਨਤਾ ਤੇ ਉਹਨਾਂ ਰਾਹੀਂ ਪ੍ਰਚਲਿਤ ਕੀਤੇ ਗਏ ਯੱਗ ਕਰਮਕਾਂਡ, ਇਹਨਾਂ ਦੇ ਵਿਰੋਧ ਦੇ ਵਿੱਚ 6ਵੀਂ ਸਦੀ ਈਸਵੀ ਪੂਰਵ ਦੇ ਵਿੱਚ ਨਵੇਂ ਵਿਚਾਰਾਂ ਨੇ ਜਨਮ ਲਿਆ। ਸੋ ਇਹਨਾਂ ਵਿਚਾਰਾਂ ਨੂੰ ਜੋ ਪੇਸ਼ ਕਰਨ ਵਾਲੇ ਸੀ, ਵਿਚਾਰਕ ਸੀਗੇ, ਉਹਨਾਂ ਨੂੰ ਫਿਲਾਸਫਰ ਜਾਂ ਸ਼੍ਰਮਣ ਕਿਹਾ ਜਾਂਦਾ ਸੀ। ਇਹ ਲੋਕ ਬ੍ਰਾਹਮਣ ਨਹੀਂ ਸਨ, ਸਗੋਂ ਇਹਨਾਂ ਦਾ ਉਦੇਸ਼ ਸੱਚਾਈ ਨੂੰ ਜਾਣਨਾ, ਮਨ ਦੀ ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਕਰਨਾ ਸੀ। ਸੋ ਸ਼੍ਰਮਣਾਂ ਨੇ ਬ੍ਰਾਹਮਣਾਂ ਦੀ ਪ੍ਰਧਾਨਤਾ ਨੂੰ ਅਸਵੀਕਾਰ ਕਰ ਦਿੱਤਾ, ਗੁੰਝਲਦਾਰ ਸਿਧਾਂਤਾਂ ਨੂੰ ਅਸਵੀਕਾਰ ਕਰ ਦਿੱਤਾ। ਸੋ ਹੌਲੀ ਹੌਲੀ ਇਹਨਾਂ ਸ਼੍ਰਮਣਾਂ ਦੇ ਕਈ ਵੱਖ-ਵੱਖ ਸਕੂਲ ਜਾਂ ਸੰਪਰਦਾ ਹੋਂਦ ਵਿੱਚ ਆਏ। ਸੋ ਸ਼੍ਰਮਣਾਂ ਦੇ ਇਹਨਾਂ ਵੱਖ-ਵੱਖ ਸਕੂਲਾਂ ਦੇ ਵਿੱਚੋਂ ਜੈਨੀਆਂ ਤੇ ਬੌਧੀਆਂ ਨੂੰ ਖਾਸ ਸਫਲਤਾ ਪ੍ਰਾਪਤ ਹੋਈ ਸੀ ਔਰ ਸਮਾਂ ਬੀਤਣ ਤੇ ਜੈਨ ਧਰਮ ਅਤੇ ਬੁੱਧ ਧਰਮ ਨੇ ਆਪਣਾ ਸੁਤੰਤਰ ਰੂਪ ਕਾਇਮ ਕਰ ਲਿਆ ਸੀ। ਸੋ ਬੱਚੋ, ਇਸ ਤਰ੍ਹਾਂ ਇਹਨਾਂ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਰਿਸਥਿਤੀਆਂ ਦੇ ਅੰਡਰ ਹੀ ਨਵੇਂ ਧਰਮਾਂ ਦਾ ਜਨਮ ਹੋਇਆ ਸੀ। ਹੁਣ ਆਪਾਂ ਜੈਨ ਧਰਮ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ। ਸੋ ਜੈਨ ਧਰਮ ਬੱਚੋ ਇੱਕ ਬਹੁਤ ਹੀ ਪੁਰਾਣਾ ਧਰਮ ਮੰਨਿਆ ਜਾਂਦਾ ਹੈ। ਇਸ ਧਰਮ ਦੀ ਉਤਪਤੀ ਰਿਗਵੈਦਿਕ ਕਾਲ ਵਿੱਚ ਹੋਈ ਸੀ। ਮਹਾਤਮਾ ਮਹਾਵੀਰ ਤੋਂ ਪਹਿਲਾਂ ਇਸ ਦੇ 23 ਤੀਰਥੰਕਰ ਹੋ ਚੁੱਕੇ ਸਨ। ਸਭ ਤੋਂ ਪਹਿਲੇ ਤੀਰਥੰਕਰ ਰਿਸ਼ਵ ਸਨ ਔਰ ਸਭ ਤੋਂ ਆਖਰੀ ਤੀਰਥੰਕਰ ਜੋ ਸਨ, ਉਹਨਾਂ ਦਾ ਨਾਮ ਪਾਰਸ਼ਵਨਾਥ ਸੀ। ਸੋ ਪਾਰਸ਼ਵਨਾਥ ਨੇ ਆਪਣੇ ਅਨੁਯਾਈਆਂ ਨੂੰ ਸਾਦਾ ਤੇ ਪਵਿੱਤਰ ਜੀਵਨ ਬਤੀਤ ਕਰਨ ਤੇ ਜ਼ੋਰ ਦਿੱਤਾ ਸੀ। ਸੋ ਹੁਣ ਆਪਾਂ ਕਰਾਂਗੇ ਵਰਧਮਾਨ ਮਹਾਵੀਰ ਦੇ ਜੀਵਨ ਬਾਰੇ। ਸੋ ਜੈਨ ਧਰਮ ਦੇ ਮੋਢੀ ਅਸਲ ਵਿੱਚ ਵਰਧਮਾਨ ਮਹਾਵੀਰ ਜੀ ਨੂੰ ਹੀ ਮੰਨਿਆ ਜਾਂਦਾ ਹੈ। ਇਹਨਾਂ ਦਾ ਜਨਮ 599 ਈਸਵੀ ਪੂਰਵ ਦੇ ਵਿੱਚ ਵੈਸ਼ਾਲੀ ਦੇ ਕੋਲ ਕੁੰਡਗ੍ਰਾਮ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਸਿਧਾਰਥ ਸਨ, ਜੋ ਕਿ ਕਸ਼ਤਰੀ ਵੰਸ਼ ਦੇ ਇੱਕ ਕਬੀਲੇ ਦੇ ਮੁਖੀ ਸਨ। ਇਹਨਾਂ ਦੀ ਮਾਤਾ ਦਾ ਨਾਮ ਤ੍ਰਿਸ਼ਲਾ ਸੀ, ਜੋ ਕਿ ਵੈਸ਼ਾਲੀ ਦੇ ਲਿਛਵੀ ਵੰਸ਼ ਨਾਲ ਸੰਬੰਧ ਰੱਖਦੀ ਸੀ। ਇਸ ਤੋਂ ਅੱਗੇ ਆ ਜਾਂਦਾ ਹੈ ਇਹਨਾਂ ਦੇ ਵਿਆਹ ਬਾਰੇ। ਸੋ ਬੱਚੋ, ਵਰਧਮਾਨ ਦੇ ਜੋ ਮਾਤਾ ਪਿਤਾ ਸਨ, ਉਹ ਭਗਵਾਨ ਪਾਰਸ਼ਵਨਾਥ ਦੀ ਪਰੰਪਰਾ ਦੇ ਅਨੁਯਾਈ ਸਨ। ਇਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਅਹਿੰਸਾ, ਦਇਆ, ਕਰੁਣਾ ਅਤੇ ਸੰਜਮਸ਼ੀਲਤਾ ਦੇ ਵਾਤਾਵਰਨ ਵਿੱਚ ਹੋਇਆ ਸੀ। ਸੋ ਇਸ ਦਾ ਵੀ ਉਹਨਾਂ ਦੇ ਜੀਵਨ ਤੇ ਕਾਫੀ ਪ੍ਰਭਾਵ ਸੀ। ਜਵਾਨੀ ਦੀ ਅਵਸਥਾ ਦੇ ਵਿੱਚ ਉਹਨਾਂ ਦਾ ਵਿਆਹ ਯਸ਼ੋਦਾ ਨਾਮਕ ਇੱਕ ਲੜਕੀ ਨਾਲ ਕੀਤਾ ਗਿਆ, ਜਿਹੜੀ ਕਿ ਇੱਕ ਰਾਜ ਘਰਾਣੇ ਨਾਲ ਸੰਬੰਧ ਰੱਖਦੀ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਘਰ ਲੜਕੀ ਨੇ ਜਨਮ ਲਿਆ। ਲੜਕੀ ਦਾ ਨਾਮ ਪ੍ਰਿਯਦਰਸ਼ਨਾ ਸੀ। ਸੋ ਪ੍ਰਿਯਦਰਸ਼ਨਾ ਦਾ ਜਵਾਨੀ ਦੀ ਉਮਰ ਦੇ ਵਿੱਚ ਜਮਾਲੀ ਨਾਮਕ ਵਿਅਕਤੀ ਦੇ ਨਾਲ ਵਿਆਹ ਕਰ ਦਿੱਤਾ ਗਿਆ ਸੀਗਾ ਔਰ ਜਮਾਲੀ ਬਾਅਦ ਵਿੱਚ ਮਹਾਵੀਰ ਜੀ ਦਾ ਚੇਲਾ ਬਣ ਗਿਆ ਸੀ। ਅਗਲਾ ਪੁਆਇੰਟ ਹੈ ਬੱਚੋ, ਤਿਆਗ ਅਤੇ ਤਪੱਸਿਆ। ਸੋ ਆਪਣੇ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ, ਉਸ ਸਮੇਂ ਇਹਨਾਂ ਦੀ ਉਮਰ 30 ਸਾਲਾਂ ਦੀ ਸੀ, ਇਹਨਾਂ ਨੇ ਘਰ-ਬਾਰ ਛੱਡਣ ਦਾ ਇਰਾਦਾ ਕਰ ਲਿਆ। ਆਪਣੀ ਪਤਨੀ ਤੇ ਪੁੱਤਰੀ ਨੂੰ ਛੱਡ ਕੇ ਉਹ ਤਪੱਸਿਆ ਕਰਨ ਲਈ ਵਣਾਂ ਵਿੱਚ ਚਲੇ ਗਏ। ਕਈ ਸਾਲਾਂ ਤੱਕ ਉਹਨਾਂ ਨੇ ਕਠੋਰ ਤਪ ਕੀਤਾ ਸੀ। ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦਿੱਤੇ ਸਨ। ਉਹ ਗਰਮੀਆਂ ਵਿੱਚ ਧੁੱਪ ਵਿੱਚ ਤੇ ਸਰਦੀਆਂ ਵਿੱਚ ਛਾਂ ਵਿੱਚ ਤਪੱਸਿਆ ਕਰਿਆ ਕਰਦੇ ਸਨ। ਕਈ ਮਹੀਨਿਆਂ ਤੱਕ ਭੁੱਖੇ ਪਿਆਸੇ ਘੁੰਮਦੇ ਰਹੇ, ਨਿਰਵਸਤਰ ਘੁੰਮਦੇ ਰਹੇ। ਜ਼ਖਮ ਹੋਣ ਤੇ ਉਹ ਕਦੀ ਦਵਾਈ ਦੀ ਵਰਤੋਂ ਵੀ ਨਹੀਂ ਕਰਦੇ ਸਨ। ਗਿਆਨ ਪ੍ਰਾਪਤੀ। ਸੋ ਇਸ ਤਰ੍ਹਾਂ ਬੱਚੋ ਲਗਾਤਾਰ 12 ਸਾਲ 5 ਮਹੀਨੇ ਤੇ 15 ਦਿਨ ਕਠੋਰ ਤਪੱਸਿਆ ਕਰਨ ਤੋਂ ਬਾਅਦ ਉਹਨਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ ਸੀਗੀ। ਸੋ ਜੈਨੀਆਂ ਦੇ ਅਨੁਸਾਰ ਉਹਨਾਂ ਨੂੰ ਮਨੁੱਖ ਅਤੇ ਦੇਵਤਾ, ਜਨਮ ਅਤੇ ਮਰਨ, ਇਸ ਸੰਸਾਰ ਅਤੇ ਅਗਲੇ ਸੰਸਾਰ ਦਾ ਸਭ ਤੋਂ ਉੱਚਾ ਗਿਆਨ ਪ੍ਰਾਪਤ ਹੋਇਆ ਸੀ। ਹੁਣ ਉਹਨਾਂ ਨੂੰ ਜੇਤੂ ਭਾਵ ਉਹਨਾਂ ਨੇ ਆਪਣੀਆਂ ਇੰਦਰੀਆਂ ਦੇ ਉੱਤੇ ਕਾਬੂ ਪਾ ਲਿਆ ਸੀ, ਜਿੱਤ ਪ੍ਰਾਪਤ ਕਰ ਲਈ ਸੀਗੀ
ਔਰ ਆਪਣੇ ਆਦੇਸ਼ ਦੇ ਵਿੱਚ ਬਹੁਤ ਸਾਰੇ ਕਸ਼ਟ ਸਹਾਰਨ ਤੋਂ ਬਾਅਦ ਉਹ ਸਫਲ ਹੋਏ ਸਨ। ਇਸ ਵੇਲੇ ਬੱਚੋ ਉਹਨਾਂ ਦੀ ਉਮਰ 42 ਸਾਲ ਦੀ ਸੀ। ਅਗਲਾ ਉਪਦੇਸ਼ਕ ਦੇ ਰੂਪ ਵਿੱਚ। ਸੋ ਮਹਾਤਮਾ ਮਹਾਵੀਰ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਆਪਣਾ ਬਾਕੀ ਦਾ ਸਮਾਂ ਆਪਣੇ ਸਿਧਾਂਤਾਂ ਦਾ ਲੋਕਾਂ ਵਿੱਚ ਪ੍ਰਚਾਰ ਕਰਨ ਦੇ ਉੱਤੇ ਬਤੀਤ ਕੀਤਾ। ਉਹਨਾਂ ਨੇ ਮਗਧ, ਮਿਥਿਲਾ, ਕੌਸ਼ਲ, ਚੰਪਾ ਆਦਿ ਸਥਾਨਾਂ ਦੇ ਉੱਤੇ ਆਪਣੇ ਧਰਮ ਦਾ ਪ੍ਰਚਾਰ ਕੀਤਾ। ਸੋ ਜੈਨੀਆਂ ਦੇ ਅਨੁਸਾਰ ਉਹਨਾਂ ਦੀ ਮਗਧ ਦੇ ਰਾਜੇ ਬਿੰਬੀਸਾਰ ਅਤੇ ਅਜਾਤਸ਼ਤਰੂ ਦੇ ਨਾਲ ਭੇਂਟ ਹੋਈ ਸੀ ਔਰ ਦੋਨਾਂ ਨੇ ਹੀ ਉਸ ਦੇ ਧਰਮ ਨੂੰ ਸਵੀਕਾਰ ਕੀਤਾ ਸੀ। ਦੇਹਾਂਤ 30 ਸਾਲ ਲਗਾਤਾਰ ਪ੍ਰਚਾਰ ਕਰਨ ਤੋਂ ਬਾਅਦ 527 ਈਸਵੀ ਪੂਰਵ ਵਿੱਚ ਪਾਵਾ ਨਾਮੀ ਸਥਾਨ ਤੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਮੌਤ ਸਮੇਂ ਉਹਨਾਂ ਦੇ ਅਨੁਯਾਈਆਂ ਦੀ ਗਿਣਤੀ ਕਾਫੀ ਵੱਧ ਚੁੱਕੀ ਸੀ। ਅਗਲਾ ਪੁਆਇੰਟ ਆ ਜਾਂਦਾ ਬੱਚੋ, ਵਰਤਮਾਨ ਮਹਾਵੀਰ ਜੀ ਦੀਆਂ ਸਿੱਖਿਆਵਾਂ। ਸੋ ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਸੀ। ਉਹਨਾਂ ਦੀਆਂ ਸਿੱਖਿਆਵਾਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਨਿਸ਼ਚਾਤਮਿਕ ਸਿਧਾਂਤ ਤੇ ਨਿਖੇਧਾਤਮਿਕ ਸਿਧਾਂਤ। ਨਿਸ਼ਚਾਤਮਿਕ ਜਿਵੇਂ ਕਿ ਇਸ ਦੇ ਸ਼ਬਦ ਤੋਂ ਹੀ ਪਤਾ ਚੱਲਦਾ ਹੈ, ਜਿਨ੍ਹਾਂ ਸਿਧਾਂਤਾਂ ਵਿੱਚ ਉਹਨਾਂ ਦਾ ਦ੍ਰਿੜ ਵਿਸ਼ਵਾਸ ਸੀ ਉਹ ਸਨ ਪਹਿਲਾ ਤ੍ਰੈ ਰਤਨ। ਜੈਨ ਧਰਮ ਦਾ ਸਭ ਤੋਂ ਮੂਲ ਸਿਧਾਂਤ ਤ੍ਰੈ ਰਤਨ ਸੀ, ਜਿਸ ਵਿੱਚ ਸੱਚਾ ਵਿਸ਼ਵਾਸ, ਸੱਚਾ ਗਿਆਨ ਤੇ ਸੱਚਾ ਕਰਮ। ਮਹਾਵੀਰ ਜੀ ਦੇ ਅਨੁਸਾਰ ਹਰੇਕ ਮਨੁੱਖ ਨੂੰ ਆਪਣੇ ਧਰਮ ਤੇ 24 ਤੀਰਥੰਕਰਾਂ ਦੇ ਵਿੱਚ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ। ਸੱਚਾ ਗਿਆਨ ਮਨੁੱਖ ਨੂੰ ਫਾਲਤੂ ਦੇ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਛੱਡ ਕੇ ਸੱਚੇ ਗਿਆਨ ਦੀ ਪ੍ਰਾਪਤੀ ਤੇ ਹੀ ਜ਼ੋਰ ਦੇਣਾ ਚਾਹੀਦਾ ਹੈ। ਤੀਸਰਾ ਸੀ ਸੱਚਾ ਕਰਮ। ਮਨੁੱਖ ਦੇ ਕਰਮ ਸ਼ੁੱਧ ਹੋਣੇ ਚਾਹੀਦੇ ਹਨ। ਉਸ ਨੂੰ ਅਹਿੰਸਾ, ਸਚਾਈ ਅਤੇ ਬ੍ਰਹਮਚਾਰਿਆ ਦਾ ਪਾਲਣ ਕਰਨਾ ਚਾਹੀਦਾ ਹੈ। ਅਗਲਾ ਕਠੋਰ ਤਪ। ਕਠੋਰ ਤਪ, ਇਸ ਦੇ ਵਿੱਚ ਉਹਨਾਂ ਨੇ ਆਪਣੇ ਅਨੁਯਾਈਆਂ ਨੂੰ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਕਸ਼ਟ ਦੇਣ ਦੀ ਪ੍ਰੇਰਨਾ ਦਿੱਤੀ ਸੀ। ਉਹਨਾਂ ਦਾ ਵਿਚਾਰ ਸੀ ਕਿ ਆਤਮਾ ਦੀ ਮੁਕਤੀ ਭੌਤਿਕ ਬਲਿਦਾਨ ਨਾਲ ਹੀ ਹੋ ਸਕਦੀ ਹੈ। ਇਸੇ ਲਈ ਉਹਨਾਂ ਨੇ ਖੁਦ ਵੀ ਲੋਕਾਂ ਦੇ ਸਾਹਮਣੇ ਉਦਾਹਰਣ ਰੱਖੀ ਸੀ। 12 ਸਾਲ 5 ਮਹੀਨੇ 15 ਦਿਨ ਲਗਾਤਾਰ ਕਠੋਰ ਤਪੱਸਿਆ ਕੀਤੀ ਸੀ ਔਰ ਇਸ ਸਮੇਂ ਦੇ ਦੌਰਾਨ ਜ਼ਿਆਦਾਤਰ ਸਮਾਂ ਉਹ ਭੁੱਖੇ ਪਿਆਸੇ ਤੇ ਨਿਰਵਸਤਰ ਘੁੰਮਦੇ ਰਹਿੰਦੇ ਸਨ। ਸੋ ਉਹ ਕਠੋਰ ਤਪ ਕਰਨ ਤੇ ਸਰੀਰ ਨੂੰ ਮਾਰਨ ਦਾ ਯਤਨ ਕਰਨ ਦਾ ਉਪਦੇਸ਼ ਦਿੰਦੇ ਸਨ। ਅਗਲਾ ਹੈ ਬੱਚੋ ਅਹਿੰਸਾ। ਸੋ ਅਹਿੰਸਾ ਦਾ ਭਾਵ ਜੀਵ ਹੱਤਿਆ ਨਾ ਕਰਨਾ। ਸੋ ਜੈਨ ਧਰਮ ਦਾ ਇਹ ਮੂਲ ਸਿਧਾਂਤ ਸੀ। ਸੋ ਇਸ ਦੇ ਅਨੁਸਾਰ ਜਿਵੇਂ ਬੁੱਧ ਧਰਮ ਦੇ ਵਿੱਚ ਵੀ ਅਹਿੰਸਾ ਦੇ ਪਾਲਣ ਉੱਤੇ ਜ਼ੋਰ ਦਿੱਤਾ ਗਿਆ ਸੀ, ਪਰੰਤੂ ਜੈਨ ਧਰਮ ਦੇ ਅਨੁਸਾਰ ਇਹ ਲੋਕ ਦਰਖਤਾਂ, ਪੌਦਿਆਂ ਅਤੇ ਜੜ ਵਸਤੂਆਂ ਨੂੰ ਕਸ਼ਟ ਦੇਣਾ ਵੀ ਪਾਪ ਸਮਝਦੇ ਸਨ। ਉਹ ਕਿਸੇ ਜੀਵ ਜਾਂ ਭੂਤ ਜਾਂ ਪ੍ਰਾਣੀ ਨੂੰ ਨਾ ਮਾਰਨ ਦੇ ਹੱਕ ਵਿੱਚ ਸਨ, ਨਾ ਸਤਾਉਣ ਦੇ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਪਹੁੰਚਾਉਣ ਦੇ ਹੱਕ ਵਿੱਚ ਸਨ। ਸੋ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਚੇਲੇ ਨੰਗੇ ਪੈਰੀਂ ਚੱਲਦੇ ਆ, ਪਾਣੀ ਛਾਣ ਕੇ ਪੀਂਦੇ ਆ ਔਰ ਆਮ ਤੌਰ ਤੇ ਮੂੰਹ ਉੱਤੇ ਪੱਟੀ ਬੰਨ੍ਹ ਕੇ ਰੱਖਦੇ ਆ, ਸੋ ਤਾਂ ਕਿ ਉਹਨਾਂ ਦੇ ਅੰਦਰ ਕੋਈ ਜੀਵ ਜੰਤੂ ਆ ਕੇ ਮਰ ਨਾ ਜਾਵੇ। ਅਗਲਾ ਪੁਆਇੰਟ ਆ ਬੱਚੋ ਆਵਾਗਮਨ ਅਤੇ ਕਰਮ ਸਿਧਾਂਤ। ਸੋ ਵੈਦਿਕ ਧਰਮ ਤੇ ਬੁੱਧ ਧਰਮ ਦੇ ਵਾਂਗ ਮਹਾਵੀਰ ਵੀ ਆਵਾਗਮਨ ਅਤੇ ਕਰਮ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦੇ ਅਨੁਸਾਰ ਮਨੁੱਖ ਵਾਰ-ਵਾਰ ਜਨਮ ਲੈਂਦਾ ਹੈ ਔਰ ਮਰਦਾ ਹੈ। ਸੋ ਇਹ ਸਭ ਉਸ ਦੇ ਚੰਗੇ ਜਾਂ ਬੁਰੇ ਕਰਮਾਂ ਦੇ ਅਨੁਸਾਰ ਹੀ ਹੁੰਦਾ ਹੈ। ਆਤਮਾ ਅਮਰ ਹੈ। ਇਹ ਇੱਕ ਸਰੀਰ ਤੋਂ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰਦੀ ਰਹਿੰਦੀ ਹੈ। ਮਨੁੱਖ ਦਾ ਅਗਲਾ ਜਨਮ ਉਸ ਦੇ ਇਸ ਜਨਮ ਵਿੱਚ ਕੀਤੇ ਚੰਗੇ ਜਾਂ ਮਾੜੇ ਕਰਮਾਂ ਦੇ ਅਨੁਸਾਰ ਹੀ ਨਿਰਧਾਰਿਤ ਹੁੰਦਾ ਹੈ। ਅਗਲਾ ਪੁਆਇੰਟ ਆ ਨੈਤਿਕਤਾ। ਪਾਰਸ਼ਵਨਾਥ ਨੇ, ਮਹਾਵੀਰ ਦੋਨਾਂ ਨੇ ਹੀ ਲੋਕਾਂ ਨੂੰ ਉੱਚਾ ਨੈਤਿਕ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਸੀ। ਉਹਨਾਂ ਦੇ ਅਨੁਸਾਰ ਮਨੁੱਖਾਂ ਨੂੰ ਆਪਸ ਵਿੱਚ ਪ੍ਰੇਮ ਕਰਨਾ, ਅਹਿੰਸਾ ਦੀ ਪਾਲਣਾ ਕਰਨੀ, ਸੱਚ ਬੋਲਣਾ ਤੇ ਸੰਜਮ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸੋ ਉਹਨਾਂ ਦਾ ਆਮ ਤੌਰ ਤੇ ਕਹਿਣਾ ਸੀ ਕਿ ਮਨੁੱਖ ਨੂੰ
ਪਾਪੀ ਤੋਂ ਨਹੀਂ ਸਗੋਂ ਪਾਪ ਤੋਂ ਨਫ਼ਰਤ ਕਰਨੀ ਚਾਹੀਦੀ ਹੈ। ਲਾਸਟ ਉਹਨਾਂ ਦੀ ਨਿਸ਼ਚਾਤਮਕ ਸਿੱਖਿਆ ਦਾ ਸਿਧਾਂਤ ਸੀ ਨਿਰਵਾਣ। ਸੋ ਮਨੁੱਖ ਦਾ ਅੰਤਮ ਆਦੇਸ਼ ਨਿਰਵਾਣ ਦੀ ਜਾਂ ਮੁਕਤੀ ਦੀ ਪ੍ਰਾਪਤੀ ਕਰਨਾ ਹੀ ਹੁੰਦਾ ਹੈ। ਸੋ ਅਜਿਹੀ ਅਵਸਥਾ ਵਿੱਚ ਮਨੁੱਖ ਨੂੰ ਸੁੱਖ ਦੁੱਖ ਵਿੱਚ ਭੇਦ ਅਨੁਭਵ ਨਹੀਂ ਹੁੰਦਾ, ਉਸ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਅੱਗੇ ਆ ਜਾਂਦੇ ਆ ਨਿਖੇਧਾਤਮਿਕ ਸਿਧਾਂਤ, ਜਿਨ੍ਹਾਂ ਸਿਧਾਂਤਾਂ ਵਿੱਚ ਸਵਾਮੀ ਮਹਾਵੀਰ ਜੀ ਦਾ ਕੋਈ ਵਿਸ਼ਵਾਸ ਨਹੀਂ ਸੀ। ਉਹ ਸਨ, ਪਹਿਲਾ ਹੈ ਰੱਬ ਵਿੱਚ ਅਵਿਸ਼ਵਾਸ। ਮਹਾਤਮਾ ਗਾਂਧੀ ਜੀ ਦਾ ਰੱਬ, ਦੇਵੀ ਦੇਵਤੇ ਜਾਂ ਪਰਮਾਤਮਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਉਹਨਾਂ ਦੇ ਅਨੁਸਾਰ ਮਨੁੱਖ ਦੀ ਆਤਮਾ ਵਿੱਚ ਹੀ ਇੰਨੀ ਸ਼ਕਤੀ ਹੈ, ਉਹ ਹੀ ਮਨੁੱਖ ਨੂੰ ਸਾਰੇ ਦੁੱਖਾਂ ਤੋਂ ਬਚਾ ਸਕਦੀ ਹੈ। ਮਨੁੱਖ ਆਪਣੇ ਭਾਗਾਂ ਦਾ ਨਿਰਮਾਤਾ ਖੁਦ ਹੈ, ਇਸ ਲਈ ਉਹ ਈਸ਼ਵਰ ਦੀ ਜਾਂ ਦੇਵੀ ਦੇਵਤਿਆਂ ਦੀ ਪੂਜਾ ਨੂੰ ਵਿਅਰਥ ਸਮਝਦੇ ਸਨ। ਦੂਜਾ ਹੈ ਜਾਤੀ ਪ੍ਰਥਾ ਵਿੱਚ ਅਵਿਸ਼ਵਾਸ। ਸੋ ਜੈਨ ਧਰਮ ਦੇ ਵਿੱਚ ਜਾਤੀ ਪ੍ਰਥਾ ਵਿੱਚ ਕੋਈ ਵਿਸ਼ਵਾਸ ਨਹੀਂ ਸੀ ਰੱਖਦਾ। ਮਹਾਵੀਰ ਜੀ ਨੇ ਆਪਣੇ ਸਾਰੇ ਚੇਲਿਆਂ ਨੂੰ, ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਸਨ, ਬਿਨਾਂ ਕਿਸੇ ਭੇਦਭਾਵ ਦੇ ਆਪਣੇ ਧਰਮ ਵਿੱਚ ਸ਼ਾਮਲ ਕੀਤਾ ਸੀ। ਤੀਸਰਾ ਵੇਦਾਂ ਅਤੇ ਸੰਸਕ੍ਰਿਤ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ। ਵਰਧਮਾਨ ਮਹਾਵੀਰ ਨੇ ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਨੂੰ ਵੀ ਨਹੀਂ ਸਵੀਕਾਰ ਕੀਤਾ ਸੀ। ਉਹਨਾਂ ਨੇ ਸੰਸਕ੍ਰਿਤ ਭਾਸ਼ਾ ਨੂੰ ਪਵਿੱਤਰ ਧਾਰਮਿਕ ਭਾਸ਼ਾ ਮੰਨਣ ਤੋਂ ਇਨਕਾਰ ਕੀਤਾ ਸੀ। ਸਗੋਂ ਉਹਨਾਂ ਨੇ ਆਪਣੇ ਸਿਧਾਂਤਾਂ ਦਾ ਪ੍ਰਚਾਰ ਲੋਕਾਂ ਦੀ ਲੋਕਪ੍ਰਿਆ ਲੋਕ ਬੋਲੀ ਪ੍ਰਾਕਿਰਤ ਭਾਸ਼ਾ ਵਿੱਚ ਹੀ ਕੀਤਾ ਸੀ। ਯੱਗਾਂ ਅਤੇ ਖੋਖਲੇ ਰੀਤੀ ਰਿਵਾਜ਼ਾਂ ਵਿੱਚ ਅਵਿਸ਼ਵਾਸ। ਜੈਨ ਧਰਮ ਵਿੱਚ ਯੱਗਾਂ ਅਤੇ ਖੋਖਲੇ ਰੀਤੀ ਰਿਵਾਜ਼ਾਂ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਸੀ। ਸੋ ਹਿੰਦੂ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਤੇ ਜ਼ੋਰ ਦਿੱਤਾ ਜਾਂਦਾ ਸੀ। ਸੋ ਇਸ ਦੇ ਵਿਰੋਧ ਵਿੱਚ ਹੀ ਮਹਾਵੀਰ ਜੀ ਨੇ ਇਸ ਧਰਮ ਦਾ ਲੋਕਾਂ ਵਿੱਚ ਪ੍ਰਚਾਰ ਕੀਤਾ ਸੀ। ਅੱਗੇ ਆ ਜਾਂਦਾ ਬੱਚੋ ਜੈਨ ਧਰਮ ਦਾ ਵਿਕਾਸ। ਸੋ ਇਹ ਸਿਧਾਂਤ ਲੋਕਾਂ ਵਿੱਚ ਲੋਕਪ੍ਰਿਯ ਹੋਣ ਤੋਂ ਬਾਅਦ ਕਿੰਨੇ ਕੁ ਲੋਕਾਂ ਨੇ ਜੈਨ ਧਰਮ ਨੂੰ ਅਪਣਾਇਆ ਸੀ। ਸੋ ਮਹਾਵੀਰ ਜੀ ਦੇ ਜੀਵਨ ਕਾਲ ਦੇ ਵਿੱਚ ਉੱਤਰੀ ਤੇ ਦੱਖਣੀ ਬਿਹਾਰ ਵਿੱਚ ਹੀ ਇਹ ਧਰਮ ਲੋਕਪ੍ਰਿਯ ਹੋ ਸਕਿਆ ਸੀਗਾ, ਪਰੰਤੂ ਉਹਨਾਂ ਦੀ ਮੌਤ ਤੋਂ ਬਾਅਦ ਦੱਖਣੀ ਭਾਰਤ ਵਿੱਚ ਉਹਨਾਂ ਦੇ ਚੇਲੇ ਭੱਦਰ ਬਾਹੂ ਦੇ ਉਦਮ ਦੇ ਨਾਲ ਕਾਫੀ ਜ਼ਿਆਦਾ ਹਰਮਨ ਪਿਆਰਾ ਹੋ ਗਿਆ ਸੀ। ਇਸ ਤੋਂ ਬਾਅਦ ਮੈਸੂਰ ਵਿੱਚ ਸ਼ਰਵਣ ਬੇਲਗੋਲਾ ਉਹਨਾਂ ਦਾ ਮੁੱਖ ਕੇਂਦਰ ਬਣ ਗਿਆ ਸੀ। ਉੜੀਸਾ ਵਿੱਚ ਮਥੁਰਾ, ਪੱਛਮੀ ਰਾਜਸਥਾਨ ਵਿੱਚ ਔਰ ਦੱਖਣੀ ਭਾਰਤ ਵਿੱਚ ਵੀ ਕਈ ਹਿੱਸਿਆਂ ਵਿੱਚ ਇਹ ਧਰਮ ਲੋਕਾਂ ਵਿੱਚ ਲੋਕਪ੍ਰਿਯ ਹੋ ਗਿਆ ਸੀ। ਸੋ ਪਹਿਲਾ ਕਾਰਨ ਆ ਜਾਂਦਾ ਹੈ ਕਿ ਇਸ ਵਿਕਾਸ ਦੇ ਕੀ ਕਾਰਨ ਸਨ, ਜੈਨ ਧਰਮ ਦਾ ਵਿਕਾਸ ਕਿਉਂ ਹੋਇਆ ਸੀ। ਇਹਦੇ ਲਈ ਕਈ ਕਾਰਨ ਜ਼ਿੰਮੇਵਾਰ ਸੀ। ਜਿਵੇਂ ਪਹਿਲਾ ਆ ਜਾਂਦਾ ਹੈ ਕਿ ਜੈਨ ਧਰਮ ਦੇ ਸਿਧਾਂਤ ਬੜੇ ਸਰਲ ਅਤੇ ਸਪਸ਼ਟ ਸਨ। ਇਹਦੇ ਵਿੱਚ ਆਤਮਾ ਤੇ ਪਰਮਾਤਮਾ ਦੀਆਂ ਗੂੜ ਸਮੱਸਿਆਵਾਂ ਦਾ ਕੋਈ ਵਰਣਨ ਨਹੀਂ ਸੀ, ਸਗੋਂ ਇਹ ਬਿਲਕੁਲ ਸਪਸ਼ਟ ਅਤੇ ਸਰਲ ਸਨ। ਦੂਜਾ, ਮਹਾਵੀਰ ਜੀ ਤੇ ਉਹਨਾਂ ਦੇ ਜੋ ਜੈਨੀ ਪ੍ਰਚਾਰਕ ਸੀਗੇ, ਉਹ ਸੰਸਕ੍ਰਿਤ ਭਾਸ਼ਾ ਵਿੱਚ ਪ੍ਰਚਾਰ ਨਹੀਂ ਸੀ ਕਰਦੇ, ਸਗੋਂ ਲੋਕਾਂ ਦੀ ਲੋਕ ਬੋਲੀ ਵਿੱਚ ਹੀ ਪ੍ਰਚਾਰ ਕਰਦੇ ਸੀ, ਜੋ ਕਿ ਲੋਕਾਂ ਨੂੰ ਬੜੇ ਆਰਾਮ ਨਾਲ ਸਮਝ ਆ ਜਾਂਦਾ ਸੀ। ਤੀਸਰਾ, ਉੱਤਰੀ ਭਾਰਤ ਤੇ ਦੱਖਣ ਦੇ ਕਈ ਹਾਕਮਾਂ ਨੇ ਉਹਨਾਂ ਦੇ ਧਰਮ ਨੂੰ ਸਰਪ੍ਰਸਤੀ ਦਿੱਤੀ ਸੀ, ਜਿਹਦੇ ਨਾਲ ਉਹਨਾਂ ਦਾ ਹੌਸਲਾ ਵਧਿਆ ਸੀ ਔਰ ਉਹਨਾਂ ਦੇ ਧਰਮ ਦੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਸੀ। ਚੌਥਾ, ਵਰਧਮਾਨ ਜੀ ਦਾ ਆਪਣਾ ਆਦਰਸ਼ ਜੀਵਨ, ਇਹ ਵੀ ਉਹਨਾਂ ਦੇ ਪ੍ਰਸਾਰ ਦਾ ਕਾਰਨ ਬਣਿਆ ਸੀ। ਸੋ ਪੰਜਵਾਂ, ਉਸ ਸਮੇਂ ਦੇ ਹਾਲਾਤ ਜੈਨ ਧਰਮ ਦੀ ਉੱਨਤੀ ਦੇ ਲਈ ਬੜੇ ਅਨੁਕੂਲ ਸੀ। ਲੋਕ ਬ੍ਰਾਹਮਣਾਂ ਦੇ ਖਰਚੀਲੇ ਧਰਮ ਤੋਂ ਤੰਗ ਆ ਚੁੱਕੇ ਸਨ। ਸੋ ਇਸ ਕਰਕੇ ਵੀ ਇਸ ਧਰਮ ਦਾ ਕਾਫੀ ਜ਼ਿਆਦਾ ਵਿਕਾਸ ਹੋਇਆ ਸੀ। ਜੈਨ ਧਰਮ ਦੇ ਸੀਮਤ ਵਿਕਾਸ ਦੇ ਕਾਰਨ। ਸੋ ਭਾਵੇਂ ਵਰਧਮਾਨ ਮਹਾਵੀਰ ਤੇ ਜੈਨ ਪ੍ਰਚਾਰਕਾਂ ਨੇ ਆਪਣੇ ਧਰਮ ਨੂੰ ਫੈਲਾਉਣ ਦਾ ਯਤਨ ਕੀਤਾ ਸੀ, ਫਿਰ ਵੀ ਇਹ ਧਰਮ ਬੁੱਧ ਧਰਮ ਦੇ ਵਾਂਗ ਦੇਸ਼ ਵਿਆਪੀ ਨਾ ਬਣ ਸਕਿਆ ਔਰ ਨਾ ਹੀ ਬਾਹਰਲੇ ਦੇਸ਼ਾਂ ਵਿੱਚ ਫੈਲ ਸਕਿਆ। ਸੋ ਇਸ ਦੇ ਸੀਮਤ ਪ੍ਰਭਾਵ ਦੇ ਵੀ ਬੱਚੋ ਕਈ ਕਾਰਨ ਜ਼ਿੰਮੇਵਾਰ ਸੀ। ਜਿਵੇਂ ਪਹਿਲਾ ਹੈ ਜੈਨ ਧਰਮ ਦੇ ਤਪੱਸਿਆ ਅਨੋਖੀ ਪ੍ਰਕਾਰ ਦੀ ਅਹਿੰਸਾ। ਕਈ ਅਸੂਲ ਇੰਨੇ ਸਖਤ ਸੀ ਜੋ ਕਿ ਜਨਤਾ ਦੇ ਦੈਨਿਕ ਜੀਵਨ ਵਿੱਚ
ਅਪਣਾਉਣਾ ਉਹਨਾਂ ਲਈ ਕਠਿਨ ਸੀ। ਦੂਜਾ, ਜੈਨ ਧਰਮ ਦੇ ਵਿੱਚ ਕਿਸਾਨ, ਸੈਨਿਕ, ਉਹ ਲੋਕ, ਉਹਨਾਂ ਦਾ ਕੋਈ ਸਥਾਨ ਨਹੀਂ ਸੀ ਜਿਨ੍ਹਾਂ ਦੇ ਧੰਦਿਆਂ ਵਿੱਚ ਹਿੰਸਾ ਸ਼ਾਮਲ ਸੀ। ਸੋ ਇਸ ਕਰਕੇ ਇਹ ਧਰਮ ਸਿਰਫ ਨਗਰਾਂ ਦੇ ਵਪਾਰੀਆਂ, ਦੁਕਾਨਦਾਰਾਂ ਤੇ ਸ਼ਾਹੂਕਾਰਾਂ ਦਾ ਧਰਮ ਹੀ ਬਣ ਗਿਆ ਸੀ। ਤੀਸਰਾ, ਮਹਾਵੀਰ ਜੀ ਨੇ ਭਾਵੇਂ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀਗਾ, ਪਰੰਤੂ ਫਿਰ ਵੀ ਜਾਤੀ ਪ੍ਰਥਾ ਦੇ ਪ੍ਰਤੀ ਲੋੜੀਂਦੀ ਉਦਾਰਤਾ ਦੀ ਕਮੀ ਹੀ ਰਹੀ ਸੀ। ਚੌਥਾ, ਜੈਨ ਸੰਘ ਦਾ ਸੰਗਠਨ ਸੀ ਜੋ ਉਹ ਬੁੱਧ ਧਰਮ ਦੇ ਕੰਪੈਰੇਟਿਵਲੀ ਉਨਾ ਸ਼ਕਤੀਸ਼ਾਲੀ ਨਹੀਂ ਸੀ। ਜੈਨੀ ਭਿਕਸ਼ੂਆਂ ਨੇ ਉਨੀ ਹਿੰਮਤ ਤੇ ਦਲੇਰੀ ਦੇ ਨਾਲ ਪ੍ਰਚਾਰ ਨਹੀਂ ਕੀਤਾ ਜਿੰਨਾ ਕਿ ਬੋਧੀ ਪ੍ਰਚਾਰਕਾਂ ਨੇ ਕੀਤਾ ਸੀ। ਲਾਸਟ ਪੁਆਇੰਟ ਆ ਕਿ ਜੈਨ ਧਰਮ ਬਾਅਦ ਵਿੱਚ 2 ਸ਼ਾਖਾਵਾਂ ਵਿੱਚ ਵੰਡਿਆ ਗਿਆ ਸੀ, ਦਿਗੰਬਰ ਅਤੇ ਸ਼ਵੇਤੰਬਰ। ਸੋ ਇਸ ਦਫੇੜ ਦੇ ਕਾਰਨ ਇਹ ਧਰਮ ਅੰਦਰੋਂ ਕਮਜ਼ੋਰ ਹੋ ਗਿਆ ਸੀ। ਲਾਸਟ ਸਮਾਂ ਬੀਤਣ ਤੇ ਜੈਨ ਧਰਮ ਆਪਣੇ ਅਸਲੀ ਰੂਪ ਨੂੰ ਕਾਇਮ ਨਹੀਂ ਰੱਖ ਸਕਿਆ ਸੀ। ਸੋ ਅੱਗੇ ਆ ਜਾਂਦਾ ਪੁਆਇੰਟ ਬੱਚੋ, ਜੈਨ ਸੰਘ। ਜੈਨ ਸੰਘ ਦੀ ਸਥਾਪਨਾ ਕਿਵੇਂ ਹੋਈ? ਜਦੋਂ ਮਹਾਵੀਰ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਪਾਵਾ ਨਗਰ ਵਿੱਚ ਆਏ ਤਾਂ ਉੱਥੇ ਬ੍ਰਾਹਮਣਾਂ ਦਾ ਇੱਕ ਯੱਗ ਹੋ ਰਿਹਾ ਸੀ। ਸੋ ਇਸ ਯੱਗ ਵਿੱਚ ਹਿੱਸਾ ਲੈਣ ਵਾਲੇ ਜੋ 11 ਬ੍ਰਾਹਮਣ ਸਨ, ਉਹਨਾਂ ਨੇ ਮਹਾਵੀਰ ਜੀ ਦੇ ਦਰਸ਼ਨ ਕੀਤੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਉਹਨਾਂ ਦੇ ਵਿਚਾਰਾਂ ਤੋਂ ਬੜੇ ਪ੍ਰਭਾਵਿਤ ਹੋਏ ਔਰ ਉਹਨਾਂ ਦੇ ਚੇਲੇ ਬਣ ਗਏ। ਬ੍ਰਾਹਮਣ ਚੇਲਿਆਂ ਦੇ ਸਹਿਯੋਗ ਦੇ ਨਾਲ ਮਹਾਤਮਾ ਮਹਾਵੀਰ ਜੀ ਨੇ ਉਹਨਾਂ ਨੂੰ ਧਰਮ ਪ੍ਰਚਾਰ ਦਾ ਕੰਮ ਸੌਂਪਿਆ ਅਤੇ ਜੈਨ ਸੰਘ ਦੀ ਸਥਾਪਨਾ ਕਰ ਦਿੱਤੀ। ਸੋ ਜੈਨ ਸੰਘ ਦੇ ਜੋ ਮੈਂਬਰ ਸਨ ਉਹਨਾਂ ਨੂੰ ਭਿਕਸ਼ੂ ਕਿਹਾ ਜਾਂਦਾ ਸੀ। ਹੌਲੀ ਹੌਲੀ ਇਸ ਵਿੱਚ ਇਸਤਰੀਆਂ ਵੀ ਸ਼ਾਮਲ ਹੋ ਗਈਆਂ, ਉਹਨਾਂ ਨੂੰ ਭਿਕਸ਼ੁਣੀਆਂ ਕਿਹਾ ਜਾਂਦਾ ਸੀ। ਸੋ ਭਿਕਸ਼ੂ ਅਤੇ ਭਿਕਸ਼ੁਣੀਆਂ ਦੋਨੋਂ ਹੀ ਬੜਾ ਸੰਜਮੀ ਅਤੇ ਸ਼ੁੱਧ ਜੀਵਨ ਬਤੀਤ ਕਰਦੇ ਸੀ ਔਰ ਜੈਨ ਧਰਮ ਦੇ ਮੂਲ ਸਿਧਾਂਤਾਂ ਦੀ ਪਾਲਣਾ ਉਹ ਬੜੀ ਦ੍ਰਿੜਤਾ ਦੇ ਨਾਲ ਕਰਦੇ ਸਨ। ਇਹ ਲੋਕ ਭਿੱਖਿਆ ਮੰਗ ਕੇ ਜੋ ਅੰਨ ਪ੍ਰਾਪਤ ਹੁੰਦਾ ਸੀ ਉਹਨੂੰ ਆਪਸ ਵਿੱਚ ਵੰਡ ਕੇ ਖਾ ਲੈਂਦੇ ਸਨ। ਇਹਨਾਂ ਨੂੰ ਤੇਲ ਤੇ ਖੁਸ਼ਬੂ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਮਨਾਹੀ ਸੀ। ਜੁੱਤੀ ਦੀ ਵਰਤੋਂ ਨਹੀਂ ਕਰਦੇ ਸਨ, ਛਤਰੀ ਦੀ ਵਰਤੋਂ ਨਹੀਂ ਕਰਦੇ ਸਨ। ਇੱਕ ਆਪਾਂ ਕੀਤਾ ਸੀ ਬੱਚੋ ਕਿ ਜੈਨ ਧਰਮ ਦੇ ਸੀਮਤ ਪ੍ਰਚਾਰ ਦਾ ਇੱਕ ਕਾਰਨ ਇਹ ਵੀ ਸੀ ਦਿਗੰਬਰ ਅਤੇ ਸ਼ਵੇਤੰਬਰ, ਜਿਹੜਾ ਕਿ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀਗਾ। ਕੀ ਕਾਰਨ ਸੀ, ਕਿਉਂ ਵੰਡਿਆ ਗਿਆ ਸੀਗਾ 2 ਹਿੱਸਿਆਂ ਵਿੱਚ? ਬੱਚੋ, ਚੰਦਰਗੁਪਤ ਮੌਰੀਆ ਦੇ ਰਾਜਕਾਲ ਵਿੱਚ ਮਗਧ ਰਾਜ ਦੇ ਵਿੱਚ ਬਹੁਤ ਭਿਆਨਕ ਕਾਲ ਪੈ ਗਿਆ ਸੀ। ਸੋ 12 ਸਾਲਾਂ ਤੱਕ ਚੱਲਦਾ ਰਿਹਾ, ਜਿਹਦੇ ਕਾਰਨ ਜਿਹੜੇ ਜੈਨ ਭਿਕਸ਼ੂ ਸੀ ਉਹ ਭੱਦਰਵਾਹੂ ਦੀ ਅਗਵਾਈ ਦੇ ਵਿੱਚ ਦੱਖਣੀ ਭਾਰਤ ਨੂੰ ਚਲੇ ਗਏ ਸੀ ਤੇ ਬਾਅਦ ਵਿੱਚ ਸਥੂਲ ਭੱਦਰ ਨਾਮੀ ਭਿਕਸ਼ੂ ਨੇ ਉੱਤਰੀ ਭਾਰਤ ਦੇ ਜੈਨੀਆਂ ਦੀ ਅਗਵਾਈ ਕੀਤੀ ਸੀ। ਉਸਨੇ ਪਾਟਲੀਪੁੱਤਰ ਵਿਖੇ ਇੱਕ ਸਭਾ ਬੁਲਾਈ ਜਿਹਦੇ ਵਿੱਚ ਇਹਨਾਂ ਦੇ ਸਾਰੇ ਗ੍ਰੰਥਾਂ ਦੀ ਪੁਣਛਾਣ ਕੀਤੀ ਗਈ ਸੀ। ਸੋ ਪੁਸਤਕਾਂ ਨੂੰ ਇਹਨਾਂ ਨੇ ਨਵਾਂ ਨਾਮ ਦਿੱਤਾ ਸੀ ਅੰਗ ਔਰ ਪੁਰਾਣਾ ਨਾਮ ਸੀ ਪੂਰਵ। ਸੋ ਇਹਨਾਂ ਭਿਕਸ਼ੂਆਂ ਨੇ ਇਹ ਫੈਸਲਾ ਕੀਤਾ। ਇਸ ਤੋਂ ਬਾਅਦ ਇਹਨਾਂ ਨੇ ਨਿਰਵਸਤਰ ਘੁੰਮਣਾ ਬੰਦ ਕਰ ਦਿੱਤਾ, ਚਿੱਟੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ, ਆਪਣੀਆਂ ਮੂਰਤੀਆਂ ਨੂੰ ਵੀ ਚਿੱਟੇ ਵਸਤਰ ਪਹਿਨਾਉਂਦੇ ਸਨ। ਸੋ ਜਦੋਂ ਭੱਦਰਵਾਹੂ 12 ਸਾਲਾਂ ਤੋਂ ਬਾਅਦ ਵਾਪਸ ਆਇਆ ਤੇ ਉਹਨਾਂ ਨੇ ਧਰਮ ਦੇ ਵਿੱਚ ਇਸ ਪ੍ਰਕਾਰ ਦੀਆਂ ਚੇਂਜਸ ਦੇਖੀਆਂ ਤਾਂ ਉਹਨਾਂ ਨੇ ਇਸ ਨੂੰ ਐਕਸੈਪਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੋ ਸਿੱਟੇ ਵਜੋਂ ਸਮਾਜ ਦੇ ਵਿੱਚ ਜੈਨੀਆਂ ਦੇ 2 ਸ਼ਾਖਾਵਾਂ ਬਣ ਗਈਆਂ, ਦਿਗੰਬਰ ਅਤੇ ਸ਼ਵੇਤੰਬਰ। ਸੋ ਦਿਗੰਬਰ ਵਾਲੇ ਸਨ ਜੋ ਨਿਰਵਸਤਰ ਘੁੰਮਦੇ ਸਨ ਔਰ ਇਹਨਾਂ ਦਾ ਆਗੂ ਕੌਣ ਸੀਗਾ? ਭੱਦਰਵਾਹੂ। ਤੇ ਸ਼ਵੇਤੰਬਰ ਜੋ ਚਿੱਟੇ ਵਸਤਰ ਪਹਿਨਦੇ ਸਨ, ਇਹਨਾਂ ਦਾ ਨੇਤਾ ਸੀ ਸਥੂਲ ਭੱਦਰ। ਸੋ ਲਾਸਟ ਵਿੱਚ ਆਪਾਂ ਕਰਾਂਗੇ ਕਿ ਜੈਨ ਧਰਮ ਦੀ ਕੀ ਦੇਣ ਆ ਸਾਡੇ ਸਮਾਜ ਨੂੰ। ਸੋ ਭਾਵੇਂ ਜੈਨ ਧਰਮ ਸਾਰੇ ਭਾਰਤ ਦੇ ਵਿੱਚ ਇਸ ਦਾ ਪ੍ਰਸਾਰ ਨਹੀਂ ਹੋ ਸਕਿਆ ਸੀ, ਕੁਝ ਥੋੜੇ ਹਿੱਸੇ ਵਿੱਚ ਹੀ ਹੋਇਆ ਸੀਗਾ, ਫਿਰ ਵੀ ਜੈਨ ਧਰਮ ਦੀ ਉਸ ਸਮੇਂ ਦੇ ਸਾਡੇ ਭਾਰਤ ਦੇ ਧਾਰਮਿਕ, ਸਮਾਜਿਕ, ਸੰਸਕ੍ਰਿਤਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਮਹੱਤਵਪੂਰਨ ਪ੍ਰਭਾਵ ਪਿਆ ਸੀ। ਪਹਿਲਾ ਹੈ ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਪ੍ਰਭਾਵ। ਸੋ ਜੈਨ ਧਰਮ ਦੀ ਭਾਰਤੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਇਸ ਦਾ ਅਹਿੰਸਾ ਦਾ ਸਿਧਾਂਤ ਆ। ਸੋ ਇਸ ਦੇ ਅੰਦਰ ਲੋਕਾਂ ਨੇ
ਪਸ਼ੂ ਪੰਛੀਆਂ ਦੇ ਜੀਵਨ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਸੀ, ਮਾंस ਖਾਣਾ ਬੰਦ ਕਰ ਦਿੱਤਾ ਸੀ। ਜੈਨ ਧਰਮ ਦੇ ਪ੍ਰਚਾਰਕਾਂ ਨੇ ਹਿੰਦੂ ਧਰਮ ਦੀਆਂ ਬੁਰਾਈਆਂ ਦੇ ਜਦੋਂ ਵਿਰੁੱਧ ਆਵਾਜ਼ ਉਠਾਈ, ਇਹਦੇ ਨਾਲ ਲੋਕਾਂ ਨੂੰ ਨਵਾਂ ਧਰਮ ਹੀ ਨਹੀਂ ਦਿੱਤਾ, ਸਗੋਂ ਉਹਨਾਂ ਨੇ ਹਿੰਦੂ ਧਰਮ ਵਿੱਚ ਸੁਧਾਰ ਕਰਨ ਵਿੱਚ ਵੀ ਹੱਥ ਵਟਾਇਆ ਸੀ। ਤੀਜਾ, ਜੈਨ ਧਰਮ ਦੇ ਆਗੂਆਂ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ ਸੀ, ਜਿਹਦੇ ਸਿੱਟੇ ਵਜੋਂ ਜਾਤੀ ਪ੍ਰਥਾ ਦੇ ਜੋ ਬੰਧਨ ਸੀ ਸਮਾਜ ਵਿੱਚ ਪਹਿਲਾਂ ਵਰਗੇ ਕਠੋਰ ਨਹੀਂ ਰਹੇ ਸੀਗੇ। ਤੇ ਚੌਥਾ, ਜੈਨ ਭਿਕਸ਼ੂਆਂ ਦਾ ਕਠੋਰ ਤੇ ਸੰਜਮ ਤਪੱਸਿਆ ਵਾਲਾ ਜੋ ਜੀਵਨ ਸੀਗਾ ਭਾਰਤੀਆਂ ਨੂੰ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦਾ ਸੀ। ਸੋ ਪੰਜਵਾਂ, ਨਗਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਵਪਾਰੀ ਤੇ ਸ਼ਾਹੂਕਾਰਾਂ ਨੇ ਜੈਨ ਧਰਮ ਨੂੰ ਅਪਣਾ ਲਿਆ ਸੀ, ਕਿਉਂਕਿ ਇਹਨਾਂ ਦੇ ਸਿਧਾਂਤ ਸੀ ਜਿਹੜੇ ਉਹ ਉਹਨਾਂ ਦੇ ਜੀਵਨ ਤੇ ਵਿਚਾਰਾਂ ਦੇ ਅਨੁਕੂਲ ਸੀ। ਇਹਦੇ ਸਿੱਟੇ ਵਜੋਂ ਕੀ ਹੋਇਆ ਬੱਚੋ, ਜੈਨੀਆਂ ਨੇ ਭਾਰਤੀ ਵਪਾਰ ਤੇ ਉਦਯੋਗਾਂ ਦੀ ਉન્નਤੀ ਦੇ ਵਿੱਚ ਸਲਾਹਣਯੋਗ ਹਿੱਸਾ ਪਾਇਆ ਸੀ। ਦੂਸਰਾ ਆ ਜਾਂਦਾ ਹੈ ਸੱਭਿਆਚਾਰਕ ਖੇਤਰ ਵਿੱਚ। ਸੋ ਜੈਨੀਆਂ ਨੇ ਭਾਰਤ ਦੇ ਸੱਭਿਆਚਾਰਕ ਖੇਤਰ ਵਿੱਚ ਵੀ ਮਹੱਤਵਪੂਰਨ ਹਿੱਸਾ ਪਾਇਆ ਸੀ। ਬੋਧੀਆਂ ਦੀ ਤਰ੍ਹਾਂ ਜੈਨੀਆਂ ਨੇ ਵੀ ਆਪਣੇ ਤੀਰਥੰਕਰਾਂ ਦੀ ਯਾਦ ਦੇ ਵਿੱਚ ਸਤੂਪ, ਮੱਠ ਅਤੇ ਵਿਸ਼ਾਲ ਮੰਦਰ ਬਣਵਾਏ, ਬਹੁਤ ਸਾਰੀਆਂ ਮੂਰਤੀਆਂ ਬਣਾਈਆਂ, ਜਿਵੇਂ ਕਿ ਆਬੂ ਪਰਬਤ ਦੇ ਵਿੱਚ ਦਿਲਵਾੜਾ ਦਾ ਮੰਦਰ ਖਾਸ ਮਹੱਤਵਪੂਰਨ ਆ। ਔਰ ਇਸ ਦੇ ਨਾਲ ਹੀ ਜੈਨੀਆਂ ਨੇ ਆਪਣੇ ਧਰਮ ਦਾ ਪ੍ਰਚਾਰ ਲੋਕਾਂ ਦੀ ਲੋਕ ਬੋਲੀ ਵਿੱਚ ਕੀਤਾ। ਸੋ ਲੋਕ ਭਾਸ਼ਾਵਾਂ ਦਾ ਪ੍ਰਸਾਰ ਹੋਇਆ। ਸੋ ਸਾਹਿਤ ਦੇ ਵਿੱਚ ਲੋਕ ਭਾਸ਼ਾਵਾਂ ਸੀ ਜਿਹੜੀਆਂ ਉਹਨਾਂ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੋਇਆ। ਤੇ ਆਖਰੀ ਹੈ ਰਾਜਨੀਤਿਕ ਖੇਤਰ ਵਿੱਚ। ਸੋ ਜੈਨ ਧਰਮ ਦਾ ਸਮਾਜਿਕ ਅਤੇ ਧਾਰਮਿਕ ਤੇ ਸੱਭਿਆਚਾਰਕ ਖੇਤਰ ਵਿੱਚ ਹੀ ਪ੍ਰਭਾਵ ਨਾ ਪਿਆ, ਬਲਕਿ ਇਸ ਨੇ ਉਸ ਸਮੇਂ ਦੇ ਰਾਜਨੀਤਿਕ ਖੇਤਰ ਵਿੱਚ ਵੀ ਮਹੱਤਵਪੂਰਨ ਪ੍ਰਭਾਵ ਪਾਇਆ ਸੀ। ਸੋ ਇਸ ਧਰਮ ਦੇ ਪ੍ਰਭਾਵ ਦੇ ਵਿੱਚ ਅਜਾਤ ਸ਼ਤਰੂ ਅਤੇ ਨੰਦ ਹਾਕਮ ਪਹਿਲਾਂ ਵਰਗੇ ਯੁੱਧ ਪ੍ਰੇਮੀ ਨਹੀਂ ਰਹੇ ਸੀਗੇ। ਇਸ ਧਰਮ ਦੇ ਅਹਿੰਸਾ ਦੇ ਸਿਧਾਂਤ ਦੇ ਕਾਰਨ ਜਨਤਾ ਨੂੰ ਅਮਨ ਪਸੰਦ ਬਣਾ ਦਿੱਤਾ ਸੀ। ਉਹਨਾਂ ਦੇ ਮਨ ਵਿੱਚ ਯੁੱਧ ਅਤੇ ਖੂਨ ਖਰਾਬੇ ਲਈ ਨਫ਼ਰਤ ਪੈਦਾ ਹੋ ਗਈ ਸੀ। ਇਸ ਦਾ ਬੁਰਾ ਇਫੈਕਟ ਕੀ ਹੋਇਆ ਬੱਚੋ, ਸਾਡੀ ਸੈਨਾ ਕਮਜ਼ੋਰ ਹੋ ਗਈ, ਭਾਰਤੀ ਲੋਕ ਕਮਜ਼ੋਰ ਹੋ ਗਏ। ਸੋ ਸਮਾਂ ਆਉਣ ਤੇ ਜਦੋਂ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਤਾਂ ਇਹ ਉਹਨਾਂ ਦਾ ਸਫਲਤਾਪੂਰਵਕ ਮੁਕਾਬਲਾ ਨਾ ਕਰ ਸਕੇ। ਸੋ ਇਹ ਵੀ ਮੰਨਿਆ ਜਾਂਦਾ ਹੈ ਕਿ ਚੰਦਰਗੁਪਤ ਮੌਰੀਆ ਨੇ ਇਸ ਦੇ ਅਹਿੰਸਾ ਦੇ ਸਿਧਾਂਤ ਦੇ ਪ੍ਰਭਾਵ ਅੰਡਰ ਆ ਕੇ ਬਾਅਦ ਵਿੱਚ ਆਪਣੀ ਰਾਜ ਗੱਦੀ ਤਿਆਗ ਦਿੱਤੀ ਸੀ ਔਰ ਭੁੱਖੇ ਪਿਆਸੇ ਰਹਿ ਕੇ ਆਪਣੇ ਪ੍ਰਾਣ ਦੇ ਦਿੱਤੇ ਸਨ। ਸੋ ਆਧੁਨਿਕ ਕਾਲ ਵਿੱਚ ਅਸੀਂ ਦੇਖਦੇ ਹਾਂ ਕਿ ਮਹਾਤਮਾ ਗਾਂਧੀ ਵਰਗੇ ਜੋ ਮਹਾਨ ਨੇਤਾ ਸੀ, ਉਹਨਾਂ ਨੇ ਵੀ ਜੈਨ ਧਰਮ ਦੇ ਸ਼ਾਂਤੀ ਤੇ ਅਹਿੰਸਾ ਦੇ ਸਿਧਾਂਤਾਂ ਦਾ ਸੰਸਾਰ ਵਿੱਚ ਪ੍ਰਚਾਰ ਕੀਤਾ ਸੀ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੈਨ ਧਰਮ ਨੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਦੇ ਵਿੱਚ, ਇਸ ਦੇ ਨਾਲ ਨਾਲ ਰਾਜਨੀਤਿਕ ਖੇਤਰ ਵਿੱਚ ਵੀ ਮਹੱਤਵਪੂਰਨ ਪ੍ਰਚਾਰ ਕੀਤਾ ਸੀਗਾ ਔਰ ਸਾਡੇ ਸਮਾਜ ਦੇ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ। ਸੋ ਬੱਚੋ, ਅਸੀਂ ਅੱਜ ਵੀ ਜੈਨੀਆਂ ਦੇ ਪ੍ਰਭਾਵ ਨੂੰ ਨੋਟ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿਤੇ ਜੈਨੀ ਮਿਲੇ ਹੋਣਗੇ ਰਸਤੇ ਦੇ ਵਿੱਚ, ਚਿੱਟੇ ਵਸਤਰ ਪਾ ਕੇ ਘੁੰਮਦੇ ਆ, ਮੂੰਹ ਉੱਤੇ ਪੱਟੀ ਬੰਨ੍ਹ ਕੇ ਰੱਖਦੇ ਆ ਔਰ ਨੰਗੇ ਪੈਰੀ ਘੁੰਮਦੇ ਆ। ਸੋ ਇਹਨਾਂ ਦਾ ਜੋ ਪੁਰਾਣੇ ਸਿਧਾਂਤਾਂ ਦੇ ਉੱਤੇ ਜੋ ਦ੍ਰਿੜਤਾ ਹੈ ਉਹ ਹਾਲੇ ਵੀ ਸਮਾਜ ਵਿੱਚ ਕਾਇਮ ਹੈ, ਭਾਵੇਂ ਇਹ ਦੇਸ਼ ਦੇ ਬਹੁਤ ਥੋੜ੍ਹੇ ਜਿਹੇ ਹਿੱਸੇ ਉੱਤੇ ਹੀ ਅੱਜ ਸ਼ਾਮਲ ਹੈ। ਸੋ ਫਿਰ ਵੀ ਇਹ ਲੋਕ ਆਪਣੇ ਉਹਨਾਂ ਸਿਧਾਂਤਾਂ ਦੇ ਉੱਤੇ ਪਰਪੱਕ ਹਨ ਔਰ ਉਹਨਾਂ ਤੋਂ ਕਦੇ ਵੀ ਨਾਮੁਕਰ ਨਹੀਂ ਹੁੰਦੇ। ਸੋ ਬੱਚੋ, ਇਸ ਤਰ੍ਹਾਂ ਆਪਾਂ ਜੈਨ ਧਰਮ ਬਾਰੇ ਅੱਜ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਚੁੱਕੇ ਹੈਗੇ ਹਾਂ। ਸੋ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਕਿ ਜੈਨ ਧਰਮ ਦੇ ਸਿਧਾਂਤ ਆ ਜੋ ਇਹਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਨਿਸ਼ਚਾਤਮਿਕ ਸਿਧਾਂਤ ਅਤੇ ਨਿਖੇਧਾਤਮਿਕ ਸਿਧਾਂਤ। ਸੋ ਜਿਨ੍ਹਾਂ ਵਿੱਚ ਮਹਾਵੀਰ ਜੀ ਦਾ ਪੱਕਾ ਵਿਸ਼ਵਾਸ ਸੀ, ਤ੍ਰੈ ਰਤਨ, ਕਠੋਰਤਾ, ਅਹਿੰਸਾ, ਆਵਾਗਮਨ ਅਤੇ ਕਰਮ ਸਿਧਾਂਤ, ਨੈਤਿਕਤਾ, ਨਿਰਵਾਣ। ਸੋ ਅਗਲਾ ਨਿਖੇਧਾਤਮਿਕ ਸਿਧਾਂਤ। ਸੋ ਨਿਖੇਧਾਤਮਿਕ ਸਿਧਾਂਤ ਦੇ ਵਿੱਚ
ਰੱਬ ਵਿੱਚ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਸੀ, ਜਾਤੀ ਪ੍ਰਥਾ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਵੇਦਾਂ ਤੇ ਸੰਸਕ੍ਰਿਤ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ ਸੀ, ਯੱਗਾਂ ਤੇ ਖੋਖਲੇ ਰੀਤੀ ਰਿਵਾਜਾਂ ਵਿੱਚ ਅਵਿਸ਼ਵਾਸ ਸੀ। ਧੰਨਵਾਦ।